ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਔਰ ਪ੍ਰੋਗਰਾਮ ਹੈ ਪੰਜਾਬ ਅਬਰੋਡ ਔਰ ਮੇਰੇ ਨਾਲ ਨੇ ਰਾਇਲ ਟਰੈਵਲ ਤੋਂ ਅਰਵਿੰਦਰ ਜੀ ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਖੈਰਾ ਸਾਹਿਬ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ, ਅਮਰੀਕਾ ਕਰਦੇ ਨੇ ਤੁਸੀਂ ਪਹਿਲਾਂ ਜਿਹੜੀਆਂ ਤੁਸੀਂ ਕਹਿੰਦੇ ਕਿ ਅਸੀਂ ਭਵਿੱਖਬਾਣੀਆਂ ਕੀਤੀਆਂ ਆਫ ਦਾ ਕੈਮਰਾ ਆਪਾਂ ਗੱਲ ਕਰਦੇ ਸੀ ਉਹ ਠੀਕ ਹੋਣ ਲੱਗੀਆਂ ਆ, ਇਹ ਕੀ ਆ? ਬੇਸਿਕਲੀ ਟੂਰਿਸਟ ਵੀਜ਼ਾ ਦੀਆਂ ਐਪਲੀਕੇਸ਼ਨਸ ਬਹੁਤ ਲੰਬੇ ਸਮੇਂ ਤੋਂ ਬੰਦ ਸੀਗੀਆਂ ਔਰ ਤਕਰੀਬਨ ਡੇਲੀ ਸਾਡੇ ਕੋਲ ਸਵਾਲਾਂ ਦੇ ਵਿੱਚ ਇੱਕ ਸਵਾਲ ਬਹੁਤ ਕਾਮਨ ਹੁੰਦਾ ਸੀਗਾ ਕਿ ਕਦੋਂ ਖੁੱਲਣੀਆਂ B1 B2 ਦੀਆਂ ਐਪਲੀਕੇਸ਼ਨਸ। ਐਂਡ ਅਸੀਂ ਲਾਸਟ ਪ੍ਰੋਗਰਾਮ ਦੇ ਵਿੱਚ ਵੀ ਜਾਂ ਉਸ ਤੋਂ ਪਿਛਲੇ ਕਾਫੀ ਪ੍ਰੋਗਰਾਮਸ ਵਿੱਚ ਕਿਹਾ ਸੀਗਾ ਕਿ ਮਿਡ ਜੁਲਾਈ ਦੇ ਵਿੱਚ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਅੰਬੈਸੀ ਵੱਲੋਂ ਖਬਰ ਆਉਣੀ ਚਾਹੀਦੀ ਹੈ। ਔਰ ਐਗਜ਼ੈਕਟਲੀ 15 ਜੁਲਾਈ ਨੂੰ ਸਾਨੂੰ ਸੁਣਨ ਨੂੰ ਮਿਲਿਆ ਕਿ 15 ਜੁਲਾਈ ਨੂੰ ਹੀ ਜਿਹੜੀ ਇਨਫੋਰਮੇਸ਼ਨ ਆਈ ਕਿ ਯੈਸ ਹੁਣ ਤੋਂ B1 B2 ਦੀਆਂ ਐਪਲੀਕੇਸ਼ਨਸ ਨਾਰਮਲ ਹੋ ਗਈਆਂ। ਇਹ ਬਹੁਤ ਸਾਰੇ ਐਪਲੀਕੈਂਟ ਨੇ ਕਾਫੀ ਲੰਬੇ ਸਮੇਂ ਤੋਂ ਜਿੰਨੀਆਂ ਵੀ ਕੈਟਾਗਰੀ ਸੀਗੀਆਂ ਸੋ ਉਹਦੇ 'ਚ ਬਹੁਤ ਲਿਮਟਿਡ ਕੈਟਾਗਰੀਜ਼ ਚੱਲ ਰਹੀਆਂ ਸੀ, ਜਿੱਦਾਂ B1 ਤੇ B2 ਚ B1 B2 ਅਤੇ ਵੇਟਡ ਸੀਗੇ। ਜਿੰਨੀਆਂ ਅੰਬੈਸੀਜ਼ ਕੈਟਾਗਰੀ ਓਪਨ ਕੀਤੀਆਂ ਸੀ ਉਹਦੇ 'ਚ ਕੱਲੀਆਂ F ਕੈਟਾਗਰੀ ਸੀ, M ਕੈਟਾਗਰੀ ਸੀ ਤੇ J ਕੈਟਾਗਰੀ ਸੀ ਜੀ। ਔਰ ਇਹ ਸਾਰੀਆਂ ਸਟੂਡੈਂਟਸ ਨਾਲ ਸੰਬੰਧਿਤ ਸੀਗੀਆਂ ਔਰ ਸਟੂਡੈਂਟਸ ਦੇ ਵਿੱਚ ਵੀ ਅਪਡੇਟ ਆਉਣ ਵਾਲੀ ਹੈ। ਖੈਰ ਉਹ ਅਗਲੇ ਮਹੀਨੇ ਦੇ ਸਟਾਰਟ ਦੇ ਵਿੱਚ ਆ ਸਕਦੀ ਹੈ, ਪਰ ਖੈਰ B1 B2 ਦੇ ਵਿੱਚ ਜਿੰਨੀਆਂ ਵੀ ਤੁਹਾਡੀਆਂ ਪੁਰਾਣੀਆਂ ਐਪਲੀਕੇਸ਼ਨ ਸੀਗੀਆਂ, ਜਿੰਨੀਆਂ ਫੀਸਾਂ ਪੇ ਕੀਤੀਆਂ ਹੋਈਆਂ ਸੀਗੀਆਂ ਉਹ ਐਕਟਿਵ ਹੋਣਗੀਆਂ ਹੁਣ। ਔਰ B1 B2 ਦੇ ਤੁਸੀਂ ਜਿੰਨੀਆਂ ਵੀ ਐਪਲੀਕੈਂਟਸ ਆ ਉਹ ਅਮਰੀਕਾ ਜਾਣ ਦਾ ਹੁਣ ਸੁਪਨਾ ਪੂਰਾ ਕਰ ਸਕਦੇ ਆ, ਬਿਕੋਜ਼ ਇਸ ਕੈਟਾਗਰੀ ਦੇ ਉੱਪਰ ਸਭ ਤੋਂ ਵੱਧ ਸਾਡੇ ਲੋਕ ਜਾਂਦੇ ਆ। ਜਿਹੜੀ ਨਾਨ ਇਮੀਗ੍ਰੈਂਟ ਕੈਟਾਗਰੀ ਆ ਇਹਦਾ ਜਿਹੜਾ ਐਪਲੀਕੇਸ਼ਨ ਦਾ ਸਾਈਜ਼ ਆ, ਇਹਦਾ ਨੰਬਰ ਆ ਉਹ ਬਹੁਤ ਜ਼ਿਆਦਾ ਵੱਡਾ ਆ। ਇਹ ਟਰੈਵਲ ਵੀਜ਼ਾ ਦੇ ਉੱਤੇ ਇਹ ਐਗਜ਼ੈਕਟਲੀ ਨਾਰਮਲ ਟਰੈਵਲ ਵੀਜ਼ਾ ਹੈ। ਇਹਦੇ 'ਚ ਤੁਸੀਂ ਚਾਹੇ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ, ਚਾਹੇ ਹੌਲੀਡੇਇੰਗ ਤੇ ਜਾਣਾ, ਚਾਹੇ ਕੋਈ ਵੀ ਤੁਹਾਡਾ ਅਮਰੀਕਾ ਜਾਣ ਦਾ ਪਰਪਸ ਹੈ, ਚਾਹੇ ਮੈਡੀਕਲ ਦੇ ਉੱਪਰ ਆ, ਚਾਹੇ ਟੂਰਿਜ਼ਮ ਦੇ ਉੱਪਰ ਆ, ਚਾਹੇ ਫੈਮਿਲੀ ਵਿਜ਼ਿਟਸ ਆ। ਸੋ ਆਲਮੋਸਟ ਸਾਰੀਆਂ ਕੈਟਾਗਰੀਜ਼ ਇਸੇ ਕੈਟਾਗਰੀ ਦੇ ਅੰਦਰ ਹੀ ਨੇ। ਸੋ B1 B2 ਦੇ ਨਾਲ ਯੈਸ ਇੱਕਦਮ ਐਪਲੀਕੇਸ਼ਨਸ ਦਾ ਅੰਬੈਸੀ ਦੇ ਅੱਗੇ ਢੇਰ ਹੋਊਗਾ, ਬਟ ਅੰਬੈਸੀ ਜਿਸ ਤਰੀਕੇ ਨਾਲ ਕੈਨੇਡਾ ਅੰਬੈਸੀ ਇੱਕ ਤਰੀਕੇ ਨਾਲ ਰੁਲ ਗਈ ਲੱਗਦੀ ਹੈ, ਲੌਗ ਬਾਕੀ ਬਹੁਤ ਲੌਗ ਬੈਕ 25 ਲੱਖ ਦੇ ਕਰੀਬ ਐਪਲੀਕੇਸ਼ਨਸ ਦਾ ਬੈਕਲੌਗ ਆ। ਅਮਰੀਕਾ ਅੰਬੈਸੀ ਦੇ ਵਿੱਚ ਇਸ ਤਰੀਕੇ ਨਾਲ ਨਹੀਂ ਹੋਣ ਵਾਲਾ, ਬਿਕੋਜ਼ ਤੁਹਾਨੂੰ ਸਲੋਟਸ ਜਿਹੜੇ ਆ ਉਹ ਹੁਣ ਹੌਲੀ ਹੌਲੀ ਕਰਕੇ ਮਿਲਣੇ ਸ਼ੁਰੂ ਹੋਣਗੇ ਜੀ। ਸੋ ਓਪਨ ਹੋ ਗਏ ਦਾ ਮਤਲਬ ਇੱਕਦਮ ਸਭ ਨੂੰ ਸਲੋਟਸ ਨਹੀਂ ਮਿਲ ਜਾਣਗੇ। ਸੋ ਸਲੋਟਸ ਲਿਮਟਿਡ ਹੋਣਗੇ। ਸੋ ਇਹ ਫਰਸਟ ਕਮ ਫਰਸਟ ਸਰਵ ਦੀ ਕੈਟਾਗਰੀ ਦੇ ਉੱਪਰ ਹੋਣਗੇ ਕਿ ਜਦੋਂ ਓਪਨ ਹੈ ਉਦੋਂ ਅਗਰ ਤੁਸੀਂ ਅਪਾਇੰਟਮੈਂਟਸ ਲੈ ਰਹੇ ਹੋ ਤੇ ਉਦੋਂ ਤੁਹਾਨੂੰ ਅਪਾਇੰਟਮੈਂਟਸ ਮਿਲਣਗੀਆਂ। ਔਰ ਇੱਕ ਚੀਜ਼ ਮੈਂ ਜ਼ਰੂਰ ਸਭ ਨੂੰ ਦੱਸ ਦੇਣਾ ਚਾਹੁੰਦਾ, ਬਹੁਤ ਸਾਰੇ ਮੌਕੇ ਇਦਾਂ ਦੇ ਆਉਂਦੇ ਆ ਕਿ ਤੁਹਾਨੂੰ ਕਿਸੇ ਨਾ ਕਿਸੇ ਟਾਈਮ ਸੁਣਨ ਨੂੰ ਵੀ ਮਿਲਦਾ ਕਿ ਅਪਾਇੰਟਮੈਂਟਸ ਪੇਡ ਨੇ, ਇਹ ਪੈਸੇ ਦੇ ਕੇ ਅਪਾਇੰਟਮੈਂਟ ਲੈ ਲਈ ਜਾਂਦੀ ਹੈ। ਸੋ US ਦੀਆਂ ਅੰਬੈਸੀ ਦੀਆਂ ਹਮੇਸ਼ਾ ਅਪਾਇੰਟਮੈਂਟਸ ਫ੍ਰੀ ਰਹਿੰਦੀਆਂ ਨੇ। ਸੋ ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਕੋਈ ਪੈਸਾ ਨਹੀਂ ਲੱਗਦਾ। ਸੋ ਤੁਸੀਂ ਇਹਦੇ ਉੱਪਰ ਥੋੜਾ ਬਹੁਤ ਟਾਈਮ ਅਗਰ ਸਪੈਂਡ ਕਰੋਗੇ, ਅਗਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਅਪਾਇੰਟਮੈਂਟਸ ਨਹੀਂ ਸ਼ਡਿਊਲ ਹੋ ਰਹੀਆਂ, ਸੋ ਦਿਸ ਇਜ਼ ਦਾ ਟਾਈਮ, ਹੁਣ ਦਾ ਸਮਾਂ ਹੈ ਕਿ ਅਗਰ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਯੈਸ ਚਾਹੁੰਦੇ ਹੋ, ਤੁਸੀਂ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟਸ ਲੈਣਾ ਚਾਹੁੰਦੇ ਹੋ ਤੇ ਹੁਣ ਤੁਹਾਨੂੰ ਮਿਲ ਜਾਏਗੀ। ਸੋ ਇਹ ਟਾਈਮ ਹੈ ਤੁਸੀਂ ਥੋੜਾ ਬਹੁਤ ਆਪਣਾ ਇਨਵੈਸਟ ਕਰ ਸਕਦੇ ਹੋ ਤਾਂ ਕਿ ਤੁਹਾਡਾ ਜਿਹੜਾ ਵੀਜ਼ਾ ਦੀ ਟਾਈਮ ਹੈ ਉਹ ਨੇੜੇ ਆ ਸਕੇ। ਅੱਛਾ, ਤੁਸੀਂ ਕਹਿੰਦੇ ਨਾਰਮਲ ਹੋ ਗਿਆ, ਬੈਕਲੌਗ ਵੀ ਹੈਗਾ ਆ, ਪਰ ਇਹ ਜਿਵੇਂ ਹੁਣ ਬੜੇ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਅਪਾਇੰਟਮੈਂਟ ਦੇ ਲਈ ਫੀਸ ਨਹੀਂ ਹੈਗੀ। ਕਈ ਅਪਾਇੰਟਮੈਂਟ ਦੇ ਲਈ ਫੀਸ ਵੀ ਲਈ ਜਾਂਦੇ ਆ, ਏਜੰਟ ਵੀ ਅਸੀਂ ਤੁਹਾਡੀ ਅਪਾਇੰਟਮੈਂਟ ਲੈ ਕੇ ਦੇਵਾਂਗੇ। ਉਹਨਾਂ ਨੂੰ ਕਿਵੇਂ ਹੱਲ ਕੀਤਾ? ਦੇਖੋ ਅਸਲ ਜਿਹਦਾ ਹੱਲ ਕੋਈ ਨਹੀਂ, ਬਿਕੋਜ਼ ਕੋਈ ਨਾ ਕੋਈ ਲਾਈਕ ਜਦੋਂ ਤੁਸੀਂ ਕਮਰਸ਼ੀਅਲ ਦੁਨੀਆ ਹੈ, ਸੋ ਆਬਵੀਅਸਲੀ ਅਗਰ ਕੋਈ IT ਵਾਲਾ ਸੌਫਟਵੇਅਰ ਵਾਲਾ ਕੋਈ ਐਡੀਸ਼ਨਲ ਤਰੀਕੇ ਨਾਲ ਕੋਈ ਜ਼ਿਆਦਾ ਟਾਈਮ ਸਪੈਂਡ ਕਰ ਰਿਹਾ ਹੈ, ਸੋ ਇਹਦੇ 'ਚ ਕੋਈ ਇਹਨਾਂ ਸਿਸਟਮ ਨੂੰ ਕ੍ਰੈਕ ਕਰਨ ਵਾਲਾ ਨਹੀਂ ਹੈਗਾ। ਸੋ ਅਲਟੀਮੇਟਲੀ ਜਿਸ ਚੀਜ਼ ਦਾ ਜਿਹੜਾ ਇਲਮ ਹੋਣਾ ਚਾਹੀਦਾ, ਸਾਨੂੰ ਜਾਣਕਾਰੀ ਹੋਣੀ ਚਾਹੀਦੀ ਕਿ ਕੋਈ ਇਹਦੇ ਅੰਦਰੋਂ ਕਿਸੇ ਨਾ ਕਿਸੇ ਤਰੀਕੇ ਦੀ ਸੇਂਧਮਾਰੀ ਕਰਕੇ ਜਾਂ ਕੋਈ ਅੰਦਰੋਂ ਚੀਜ਼ ਪੱਟ ਕੇ ਜਾਂ ਅਗਰ ਤੈਨੂੰ ਅਲੱਗ ਤੋਂ ਨਹੀਂ ਦੇ ਸਕਦਾ। ਕੋਈ IT ਵਾਲਾ ਵੀ ਹੈਕ ਨਹੀਂ ਕਰ ਸਕਦਾ, ਕੁਛ ਨਹੀਂ ਕਰ ਸਕਦਾ। ਇਹ ਬੇਸਿਕਲੀ ਨਾਰਮਲ ਪ੍ਰੋਸੈਸ ਆ। ਸੋ ਨਾਰਮਲ ਪ੍ਰੋਸੈਸ ਦੇ ਵਿੱਚ ਤੁਸੀਂ ਅਗਰ ਥੋੜਾ ਬਹੁਤ ਸਮਾਂ ਲਾਓਗੇ ਤੁਹਾਨੂੰ ਅਪਾਇੰਟਮੈਂਟਸ ਨਾਰਮਲ ਰੈਗੂਲਰ ਦਿਸਣ ਲੱਗ ਪੈਣਗੀਆਂ। ਹੋ ਸਕਦਾ ਤੈਨੂੰ ਹੁਣੇ ਇਮੀਡੀਏਟਲੀ ਨਾ ਦਿਸੇ, ਕੋਈ ਗੱਲ ਨਹੀਂ, ਅਗਲੇ ਹਫਤੇ ਦਿਸ ਜਾਏਗੀ। ਸੋ ਇੱਕ ਚੀਜ਼ ਆ ਕਿ ਜਿਹੜੀ ਬਿਲਕੁਲ ਹੀ ਫਲੋ ਬੰਦ ਹੋਇਆ ਸੀ ਉਹਦਾ ਹੁਣ ਸਮਾਂ ਆ ਗਿਆ ਹੈ। ਸੋ ਹੁਣ ਤੁਸੀਂ ਆਪਣੇ ਰੈਗੂਲਰ ਸ਼ਡਿਊਲ ਕਰ ਸਕਦੇ ਹੋ। ਇਹਦੇ ਨਾਲ ਇੱਕ ਨਵੀਂ ਅਪਡੇਟ ਆ, ਸਟੂਡੈਂਟਸ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਾ ਰਹੇ ਅੰਬੈਸੀ ਔਰ ਸਟੂਡੈਂਟਸ ਵਿੱਚ ਇੱਕ ਐਸਾ ਕਲੌਜ਼ ਆ ਗਿਆ ਸੀ ਕਿ ਜਿਹੜਾ ਸਟੂਡੈਂਟ ਅੱਜ ਰਿਫਿਊਜ਼ ਹੋਇਆ ਉਹ 1 ਸਾਲ ਤੋਂ ਪਹਿਲਾਂ ਅੰਬੈਸੀ ਦੁਆਰਾ ਕੰਸੀਡਰ ਨਹੀਂ ਕਰਦੀ। ਅੱਛਾ, ਇਹ ਸੇਮ ਗੱਲ ਟਰੈਵਲ ਵਾਲਿਆਂ ਤੇ ਵੀ ਸੀਗਾ ਵੀ ਜੇ ਉਹ ਰਿਫਿਊਜ਼ ਹੋ ਗਿਆ ਕਿਸੇ ਤਰੀਕੇ ਉਹ ਇੰਟਰਵਿਊ ਵਗੈਰਾ ਚੋਂ, ਉਹ ਵੀ ਨਹੀਂ, ਟਰੈਵਲ ਵਾਲਿਆਂ ਤੋਂ ਅਲਾਉਡ ਹੀ ਹੈ ਨਹੀਂ ਸੀ ਨਾ। ਅੱਛਾ, ਉਹ ਟਰੈਵਲ ਵਾਲਿਆਂ ਤੋਂ ਅਲਾਉ ਹੀ ਨਹੀਂ ਸੀ ਪਹਿਲਾਂ। ਉਹ ਪਿਛਲੇ ਲਗਭਗ ਅਸੀਂ ਸਾਲ ਡੇਢ ਸਾਲ ਤੋਂ ਜਦੋਂ ਤੋਂ ਵੇਖ ਰਹੇ ਐਪਲੀਕੇਸ਼ਨਸ ਲੌਕ ਨੇ, ਬਿਲਕੁਲ ਉਹ ਤਾਂ ਬੰਦ ਹੀ ਪਈਆਂ ਨੇ। ਸੋ ਜਿਹੜੀਆਂ F1 ਕੈਟਾਗਰੀ ਖੁੱਲੀ ਸੀ, ਜਿਹੜੀਆਂ ਸਟੂਡੈਂਟਸ ਦੀਆਂ ਕੈਟਾਗਰੀਜ਼ ਖੁੱਲੀਆਂ ਸੀ, ਸਟੂਡੈਂਟਸ ਦੇ ਉੱਪਰ ਵੀ ਬਹੁਤ ਜ਼ਿਆਦਾ ਰਸ਼ ਸੀਗਾ ਬਿਕੋਜ਼ ਕੈਨੇਡਾ US ਨੇ ਐਤਕੀ ਕਾਫੀ ਵੀਜ਼ਾਸ ਦਿੱਤੇ ਆ, ਬਿਕੋਜ਼ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟਸ ਦੇ ਵੀਜ਼ੇ ਕਾਫੀ ਖਰਾਬ ਹੋਏ। ਸੋ ਕੈਨੇਡਾ ਨੇ ਭਰਤੀ ਜ਼ਿਆਦਾ ਕਰ ਲਈ, ਉਹਦੇ ਚੋਂ ਰਿਜ਼ਲਟਸ ਉਹਨੇ ਦੇ ਨਹੀਂ ਪਾਏ
ਸੋ ਕੈਨੇਡਾ ਦੇ ਵਿੱਚ ਐਪਲੀਕੇਸ਼ਨਸ 3-3 4-4 ਵਾਰ ਰਿਫਿਊਜ਼ ਹੋਈਆਂ ਆ। ਬਹੁਤ ਸਾਰੀਆਂ ਐਪਲੀਕੇਸ਼ਨਸ ਅਸੀਂ ਕਰਦੇ ਹਾਂ, 4-4 ਵਾਰ ਬੱਚੇ ਰਿਫਿਊਜ਼ ਹੁੰਦੇ, ਜਾਣਾ ਫਿਰ ਕੈਨੇਡਾ ਆ। ਸਮਟਾਈਮਸ ਵੀ ਗੈਟ ਵੀਜ਼ਾ, ਸਮਟਾਈਮਸ ਸਾਨੂੰ ਐਡਵਾਈਸ ਕਰਨਾ ਪੈਂਦਾ ਕਿ ਤੇਰਾ ਪ੍ਰੋਫਾਈਲ ਬੱਚੇ ਨਹੀਂ ਹੈਗਾ ਇਸ ਲੈਵਲ ਦਾ, ਸੋ ਬਾਰ-ਬਾਰ ਐਵੇਂ ਮਿਹਨਤ ਕਰਨ ਦਾ ਜਾਂ ਬਾਰ-ਬਾਰ ਇਸ ਚੀਜ਼ ਨੂੰ ਛੱਡ ਕੇ ਤੁਸੀਂ ਯੂਐਸ ਨੂੰ ਚਲ ਜਾਓ। ਸੋ ਇੱਕ ਬਹੁਤ ਵੱਡਾ ਤਬਕਾ ਸਟੂਡੈਂਟਸ ਦਾ ਯੂਐਸ ਨੂੰ ਸਵਿਚ ਹੋਇਆ, ਯੂਕੇ ਨੂੰ ਸਵਿਚ ਹੋਇਆ, ਜਿਹਦੇ ਨਾਲ ਕੈਨੇਡਾ ਵਾਲਾ ਲੋਡ ਤਕਰੀਬਨ ਸਟੂਡੈਂਟਸ ਵਾਲਾ ਇੱਧਰ ਵੀ ਦੇਖਣ ਨੂੰ ਮਿਲ ਪਿਆ ਜੀ। ਔਰ ਉਹਦਾ ਕੀ ਨਤੀਜਾ ਕੀ ਹੋਇਆ, ਯੂਐਸ ਅੰਬੈਸੀ ਨੂੰ ਇਹ ਕਹਿਣਾ ਪੈ ਗਿਆ, ਬੱਚਾ ਅੱਜ ਰਿਫਿਊਜ਼ ਹੁੰਦਾ ਸੀ ਕੱਲ ਫਿਰ ਵਿੰਡੋ ਤੇ ਆ ਜਾਂਦਾ ਸੀ, ਉਹ ਰਿਫਿਊਜ਼ ਹੁੰਦਾ ਸੀ ਹਫਤੇ ਬਾਅਦ ਫਿਰ ਵਿੰਡੋ ਤੇ ਆ ਜਾਂਦਾ ਸੀ। ਸੋ ਯੂਐਸ ਅੰਬੈਸੀ ਨੇ ਫਾਈਨਲੀ ਕਰਤਾ ਕਿ ਸਾਡੇ ਕੋਲ ਅਸੀਂ 100% ਕੈਪੈਸਿਟੀ ਦੇ ਕੰਮ ਨਹੀਂ ਕਰ ਰਹੇ, ਸੋ ਸਾਡੇ ਕੋਲ ਲਿਮਟਿਡ ਰਿਸੋਰਸਸ ਨੇ, ਅਸੀਂ ਆਲਮੋਸਟ 30-40% ਕੈਪੈਸਿਟੀ ਦੇ ਕੰਮ ਕਰ ਰਹੇ ਹਾਂ। ਸੋ ਯੂਐਸ ਅੰਬੈਸੀ ਨੇ ਕਰਤਾ ਕਿ ਜਿਹੜੇ ਬਾਰ-ਬਾਰ ਬੱਚੇ ਆ ਰਹੇ ਆ ਇਹ ਨਾ ਆਉਣ, ਉਹ ਫਿਰ 1 ਸਾਲ ਦਾ ਗੈਪ। ਹਾਂ, ਉਹਨਾਂ ਨੂੰ ਕਹਿਤਾ ਕਿ ਜਿਹੜਾ ਬੱਚਾ ਅੱਜ ਰਿਫਿਊਜ਼ ਹੁੰਦਾ ਆ ਉਹ 1 ਸਾਲ ਬਾਅਦ ਆਵੇ। ਪਰ ਹੁਣ ਜਿਹੜਾ ਹੁਣ ਨਵਾਂ ਕਲੌਜ਼ ਹੈ ਇਹਦੇ ਵਿੱਚ ਸਟੂਡੈਂਟਸ ਦਾ ਇਹ ਪੀਰੀਅਡ ਵੀ ਓਵਰ ਹੋ ਗਿਆ। ਅੱਛਾ, ਜਿੱਦਾਂ ਹੁਣ 1 ਸਾਲ ਦਾ ਗੈਪ ਆ ਗਿਆ ਅਰਵਿੰਦਰ ਜੀ, ਤੇ ਉਹ ਤੇ ਫਿਰ ਉਹ ਗੈਪ ਵੀ ਬਾਅਦ ਚੋਂ ਕਲੀਅਰ ਕਰਨਾ ਪਊਗਾ, ਫਿਰ ਉਹਦੇ ਲਈ ਜ਼ਿਆਦਾ ਮੁਸ਼ਕਿਲ ਹੋ ਸਕਦਾ ਸੀਗਾ? ਨਹੀਂ, ਉਹ ਦੱਸਿਆ ਟੈਂਪਰੇਰੀਲੀ ਸੀਗਾ, ਉਹ ਸਿਰਫ ਸਟੂਡੈਂਟਸ ਨੂੰ ਬਾਰ-ਬਾਰ ਐਪਲੀਕੇਸ਼ਨਸ ਕਰਨ ਤੋਂ ਡਿਸਕਰੇਜ ਕਰਨਾ ਸੀ। ਸੋ ਕੈਨੇਡਾ ਯੂਐਸਏ ਅੰਬੈਸੀ ਨੇ ਕਦੀ ਵੀ ਕਿਸੇ ਕਿਸਮ ਦੀ ਕੋਈ ਬ੍ਰੇਕ ਨਹੀਂ ਲਾਈ, ਔਰ ਨਾ ਹੀ ਹੁਣ ਰਹਿਣ ਵਾਲੀ। ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਕਿ ਹੁਣ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਸੁਣਨ ਨੂੰ ਮਿਲੇਗੀ, ਅੱਛਾ, ਉਹ ਇਹ ਹੈ ਕਿ ਜਿਹੜੇ ਸਟੂਡੈਂਟਸ ਆ ਜਿਨ੍ਹਾਂ ਦਾ ਇੱਕ ਵਾਰੀ ਵੀਜ਼ਾ ਰਿਫਿਊਜ਼ ਹੋ ਗਿਆ, ਤਰੀਕਾਂ ਨਹੀਂ ਮਿਲ ਰਹੀਆਂ, ਔਰ ਏਜੰਟਸ ਕਹਿੰਦੇ ਨੇ ਕਿ ਤੁਸੀਂ ਹਾਲੇ ਤਰੀਕਾਂ ਲੈ ਨਹੀਂ ਸਕਦੇ, ਉਹਨਾਂ ਦਾ ਵੀ ਸਮਾਂ ਆ, ਔਰ ਉਹਨਾਂ ਦੀਆਂ ਆਲਮੋਸਟ ਤੁਸੀਂ ਵੇਖੋਗੇ ਅਗਸਤ ਤੋਂ ਸ਼ੁਰੂ ਹੋ ਜਾਣਗੀਆਂ ਅਪਾਇੰਟਮੈਂਟਸ। ਠੀਕ ਹੈ, ਸੋ ਉਹਦੇ ਬਾਰੇ ਤੁਹਾਨੂੰ ਹੁਣ ਅਗਸਤ ਦੇ ਅਰਲੀ ਤੁਹਾਨੂੰ ਸਮੇਂ ਦੇ ਵਿੱਚ ਫਿਰ ਸੁਣਨ ਨੂੰ ਕੁਝ ਨਾ ਕੁਝ ਮਿਲੂਗਾ। ਚਲੋ, ਵਧੀਆ ਗੱਲ ਹੈ ਜੇ ਇਹਨਾਂ ਦੀਆਂ ਇਦਾਂ ਪ੍ਰੈਡਿਕਸ਼ਨ ਸਹੀ ਹੁੰਦੀਆਂ ਰਹਿਣ ਤੁਹਾਡੀਆਂ। ਕੋਈ ਬਾਬਾਇਜ਼ਮ ਨਹੀਂ ਹੈ, ਕੋਈ ਪ੍ਰੈਡਿਕਸ਼ਨਸ ਨਹੀਂ ਹੈਗੀ। ਬੇਸਿਕਲੀ ਅਸੀਂ ਬਹੁਤ ਕਲੋਜ਼ਲੀ ਫੋਲੋ ਕਰਦੇ ਹਾਂ ਅੰਬੈਸੀ ਦੇ ਪ੍ਰੋਟੋਕਾਲਸ ਨੂੰ। ਸਾਨੂੰ ਪਤਾ ਹੈ ਕਿ ਅਗਰ ਅੰਬੈਸੀ ਨੇ ਜਿਹੜੀਆਂ ਐਪਲੀਕੇਸ਼ਨਸ ਨੂੰ ਅਗਰ ਸੈਪਟੰਬਰ ਤੋਂ ਹੱਲ ਕਰਨਾ ਸ਼ੁਰੂ ਕਰਨਾ ਹੈ, ਤਾਂ ਸੈਪਟੰਬਰ ਲਈ ਉਹਨਾਂ ਨੂੰ ਕਮ ਸੇ ਕਮ ਮਹੀਨਾ 1.5 ਮਹੀਨਾ ਪਹਿਲਾਂ ਉਹ ਐਕਸ਼ਨ 'ਚ ਹੋਣੇ ਚਾਹੀਦੇ ਆ। ਸੋ ਆਬਵੀਅਸਲੀ ਉਹ ਸਮਾਂ ਮਿਡ ਜੁਲਾਈ ਬੈਠਦਾ ਸੀ, ਉਹ ਉਦਾਂ ਹੀ ਮਤਲਬ ਤਰੀਕ ਸੇਮ ਆਈ ਹੈ ਵੀ ਅਸੀਂ ਮਿਡ ਜੁਲਾਈ ਕਿਹਾ ਤਾਂ 15 ਤੇ ਆ ਗਈ, ਬਟ ਅਦਰਵਾਈਜ਼ ਇਹ ਬੇਸਿਕਲੀ ਕੈਲਕੂਲੇਟਿਵ ਆ ਵੀ ਸਾਨੂੰ ਪਤਾ ਕਿ ਅੰਬੈਸੀ ਨੇ ਕਦੋਂ ਓਕੇ ਹੋ ਜਾਣਾ। ਜਿੱਦਾਂ ਹੁਣ ਅੰਬੈਸੀ ਆਪਣੀ ਆਲਮੋਸਟ 100% ਕੈਪੈਸਿਟੀ ਦੇ ਉੱਪਰ ਆ ਗਈ ਹੈ। ਇਮੀਗ੍ਰੈਂਟ ਦੀਆਂ ਅਪਾਇੰਟਮੈਂਟਸ ਨਹੀਂ ਆ ਰਹੀਆਂ ਸੀ, ਇਮੀਗ੍ਰੈਂਟਸ ਦੀਆਂ ਹੁਣ ਅਪਾਇੰਟਮੈਂਟਸ ਆਉਣੀਆਂ ਸ਼ੁਰੂ ਹੋ ਗਈਆਂ। 2019 ਵਾਲੇ ਕੇਸ ਜਿਨ੍ਹਾਂ ਦੀਆਂ ਅਪਾਇੰਟਮੈਂਟਸ ਆਈਆਂ ਸੀਗੀਆਂ ਬਾਅਦ 'ਚ ਨਹੀਂ ਆਪਣੇ ਆਪ ਨੂੰ ਕੈਰੀ ਔਨ ਕਰ ਚੱਕੇ, ਉਹਨਾਂ ਦੀਆਂ ਹੁਣ ਰੈਗੂਲਰ ਅਪਾਇੰਟਮੈਂਟਸ ਆ ਰਹੀਆਂ ਨੇ। ਸੋ ਇਮੀਗ੍ਰੈਂਟ ਕੇਸਿਸ ਦੀਆਂ ਵੀ ਅਪਾਇੰਟਮੈਂਟਸ ਰੈਗੂਲਰ ਹੋ ਰਹੀਆਂ ਹੌਲੀ-ਹੌਲੀ। ਸੋ ਅੰਬੈਸੀ ਆਪਣੀ ਆਲਮੋਸਟ 100% ਕੈਪੈਸਿਟੀ ਦੇ ਉੱਪਰ ਵਾਪਸ ਆ ਗਈ ਆ। ਇਟ ਮੀਨਸ ਕੋਈ ਵੀ ਐਪਲੀਕੇਸ਼ਨ ਹੁਣ ਰੂਲ ਆਊਟ ਨਹੀਂ ਹੋਣ ਵਾਲੀ। ਹੁਣ ਹੌਲੀ-ਹੌਲੀ ਤੁਸੀਂ ਵੇਖੋਗੇ ਅਗਰ ਕੋਈ ਹੋਰ ਖੁਦਾ ਨਾ ਖਾਸਤਾ ਡਰ ਨਹੀਂ ਪੈਦਾ ਹੋਇਆ, ਕੋਈ ਕੋਵਿਡ ਉਹ ਇਦਾਂ ਦੇ ਪ੍ਰੋਟੋਕਾਲਸ ਨਹੀਂ ਫੋਲੋ ਹੋਏ, ਤੇ ਅੰਬੈਸੀ ਨੇ ਬਹੁਤ ਕੁਇਕਲੀ ਰਿਦਮ ਦੇ ਵਿੱਚ ਚੱਲ ਜਾਣਾ। ਔਰ ਇਸ ਸਾਲ ਦੇ ਨਵੇਂ ਨਿਊ ਈਅਰ ਦੀਆਂ ਐਪਲੀਕੇਸ਼ਨ ਜਿਹੜੀਆਂ ਯੂਐਸ ਅੰਬੈਸੀ ਦੇ ਵਿੱਚ ਟੂਰਿਸਟ ਵੀਜ਼ਾ ਦੀਆਂ, ਉਹ ਵੀ ਰਿਕਾਰਡ ਵਾਲੀਆਂ ਹੋਣਗੀਆਂ। ਅੱਛਾ, ਨਾਲ ਹੀ ਕੰਟਰੀ ਲੱਗਦੀ ਕੈਨੇਡਾ, ਮੈਂ ਕਿਹਾ ਉਹਦਾ ਪੁੱਛ ਲਈਏ, ਉਹ ਵੀ ਤੁਹਾਨੂੰ ਲੱਗਦਾ ਕਿ 100% ਪੇਸ ਦੇ ਉੱਤੇ ਆ ਸਕਦੀ ਹੈ? ਕੈਨੇਡਾ ਆਲਰੇਡੀ ਮਤਲਬ ਕੈਨੇਡਾ ਨੇ ਤੇ ਆਪਣੀ ਪ੍ਰੋਡਕਸ਼ਨ ਕੈਪੈਸਿਟੀ, ਆਪਣੀ ਵਰਕਿੰਗ ਕੈਪੈਸਿਟੀ ਕਈ ਗੁਣਾ ਇਨਕਰੀਜ਼ ਕੀਤੀ ਹੈ। ਉਹ ਪੁਰਾਣੇ ਲੋਡ ਨਾਲ ਡੀਲ ਕਰਨਾ ਉਹਨਾਂ ਲਈ ਔਖਾ ਹੋਇਆ ਪਿਆ, ਬਿਕੋਜ਼ ਕੈਨੇਡਾ ਅੰਬੈਸੀ ਨੇ ਇੱਕ ਇਮੀਗ੍ਰੇਸ਼ਨ ਮਿਨਿਸਟਰ ਦੀ ਕੁਰਬਾਨੀ ਹੋ ਗਈ ਇੱਕ ਤਰੀਕੇ ਨਾਲ, ਕਿ ਉਹਨਾਂ ਨੂੰ ਰਿਜ਼ਾਈਨ ਹੋਣਾ ਪਿਆ। ਨਵੇਂ ਇਮੀਗ੍ਰੇਸ਼ਨ ਮਿਨਿਸਟਰ ਆਏ ਗਏ, ਨਵੇਂ ਇਮੀਗ੍ਰੇਸ਼ਨ ਮਿਨਿਸਟਰ ਨੇ ਬਹੁਤ ਸਾਰੀ ਵਰਕ ਫੋਰਸ ਰੱਖੀ, ਵਰਕ ਫੋਰਸ ਤੋਂ ਬਾਅਦ ਫੰਡਿੰਗ ਅਲਾਟ ਕੀਤੀ ਗਈ, ਨਵੇਂ ਕੰਪਿਊਟਰਾਈਜ਼ਡ ਐਲਗੋਰਿਦਮਸ ਡਿਜ਼ਾਈਨ ਕੀਤੇ ਗਏ ਜਿਹਦੇ ਨਾਲ ਕਿ ਪ੍ਰੋਸੈਸਿੰਗ ਫਾਸਟ ਹੋਵੇ। ਹੁਣ ਲਾਸਟ ਵੀਕ ਦੀ ਅਗੇਨ ਖਬਰ ਸੀਗੀ ਕਿ ਇੱਕ ਪੂਰੀ ਕੈਬਨਿਟ ਨਾਲ ਲਾਈ ਗਈ ਹੈ, ਮਤਲਬ ਇਮੀਗ੍ਰੇਸ਼ਨ ਮਿਨਿਸਟਰੀ ਬਹੁਤ ਹਿਊਜ ਆ ਉੱਥੇ। ਸੋ ਇਮੀਗ੍ਰੇਸ਼ਨ ਦੇ ਨਾਲ ਪੂਰੀ ਇੱਕ ਕੈਬਨਿਟ ਮੰਤਰੀ, ਮਤਲਬ ਹੋਰ 10-15 ਮੰਤਰੀ ਲਾਏ ਗਏ ਨੇ ਜਿਹੜੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਅਸਿਸਟ ਕਰਨਗੇ, ਔਰ ਸਮੇਂ-ਸਮੇਂ ਤੇ ਉਹ ਐਲੋਕੇਟ ਕਰਨਗੇ, ਸਮੇਂ-ਸਮੇਂ ਤੇ ਤਜਵੀਜ਼ ਕਰਨਗੇ, ਸਮੇਂ-ਸਮੇਂ ਤੇ ਮਸ਼ਵਰਾ ਕਰਨਗੇ ਇਹਨਾਂ ਨਾਲ ਕਿ ਇੱਥੇ ਪ੍ਰੋਸੈਸ ਫਾਸਟ ਕੀਤੀ ਜਾ ਸਕਦੀ, ਇਹਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ, ਇੱਥੇ ਥੋੜਾ ਹੋਰ ਜ਼ੋਰ ਦਿੱਤਾ ਜਾ ਸਕਦਾ। ਸੋ ਇੱਕ ਤਰੀਕੇ ਨਾਲ ਪੂਰੀ ਕਮੇਟੀ ਬੈਠੀ ਹੈ। ਅੱਛਾ, ਮਤਲਬ ਇਹ ਹੈ ਕਿ ਉਹ ਲੱਗੇ ਹੋਏ ਆ, ਕਿਉਂਕਿ ਬੈਕਲੌਗ ਹੀ ਬਹੁਤ ਹੈ। ਬੇਸਿਕਲੀ ਕੈਨੇਡਾ ਦਾ ਇਕਲੌਤਾ ਜਿਹੜਾ ਇਸ ਟਾਈਮ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਆਪਣੀ ਸਾਖ ਬਚਾ ਕੇ ਰੱਖਣ ਦਾ ਜਦੋਜਹਿਦ ਚੱਲ ਰਹੀ ਆ, ਔਰ ਉਹਦੇ ਵਿੱਚ ਕੈਨੇਡਾ ਉਹ ਨਹੀਂ ਪ੍ਰੂਵ ਕਰਨਾ ਚਾਹੁੰਦਾ ਕਿ ਸਾਡੀ ਐਪਲੀਕੇਸ਼ਨ ਪਾਈ ਤੇ ਪਤਾ ਨਹੀਂ ਕਦੋਂ ਨਿਕਲੂ। ਸੋ ਅੱਗੇ 3 ਮਹੀਨੇ ਤੇ ਪ੍ਰੋਸੈਸਿੰਗ ਟਾਈਮ ਆ ਗਿਆ ਸੀ, ਸੋ 3 ਮਹੀਨੇ ਤੋਂ ਹੁਣ 2.5 ਮਹੀਨੇ ਤੇ ਪ੍ਰੋਸੈਸਿੰਗ ਟਾਈਮ ਹੈਗਾ। ਜਿਹੜੀਆਂ ਐਪਲੀਕੇਸ਼ਨਸ ਅੱਜ ਲੱਗਦੀਆਂ ਨੇ, ਸਮਝੋ 2.5 ਮਹੀਨੇ ਬਾਅਦ ਵੀਜ਼ਾ ਉਹਨਾਂ ਦਾ ਆ ਜਾਂਦਾ। ਜਿਹੜੀਆਂ ਪਿਛਲੀਆਂ ਲੱਗੀਆਂ 2.5 ਮਹੀਨੇ ਦੇ, ਅਗਰ ਤੁਹਾਡਾ ਸਮਾਂ ਹਰ ਕੈਟਾਗਰੀਜ਼ ਦੇ ਵਿੱਚ, ਇਹ ਹਰ ਕਿਸੇ ਕੈਟਾਗਰੀਜ਼ ਦੇ ਵਿੱਚ ਤਕਰੀਬਨ ਜਿਹੜੀਆਂ ਟੂਰਿਸਟ ਤੇ ਸਟੂਡੈਂਟਸ ਦੋਨਾਂ ਦੀ ਆਲਮੋਸਟ ਸੇਮ ਆ, ਬਟ ਇਹਦੇ ਬਾਵਜੂਦ ਵੀ ਬਹੁਤ ਸਾਰੇ ਟੂਰਿਸਟ ਐਪਲੀਕੇਸ਼ਨਸ ਨੇ। ਕੈਨੇਡਾ ਦਾ ਇੱਕ ਪੁਰਾਣਾ ਪੋਰਟਲ ਸੀ, ਦੈਨ ਕੈਨੇਡਾ ਦਾ ਨਵਾਂ ਪੋਰਟਲ ਇੱਕ ਯੂਜ਼ ਕਰਨਾ ਸ਼ੁਰੂ ਕੀਤਾ। ਸੋ ਇਹ ਦੋਨੋਂ ਆਪਸ ਵਿੱਚ ਸਿੰਕਰੋਨਾਈਜ਼ ਨਹੀਂ ਹੈਗੇ। ਸੋ ਤੁਹਾਡਾ ਪ੍ਰੀਵੀਅਸ ਡਾਟਾ ਫੈਚ ਨਹੀਂ ਹੁੰਦਾ, ਨਵਾਂ ਡਾਟਾ ਨਾਲ ਉਹ ਮੈਚ ਨਹੀਂ ਕਰਦਾ।
ਸੋ ਤੁਸੀਂ ਪਹਿਲੀ ਐਪਲੀਕੇਸ਼ਨ ਇੱਥੇ ਲਾਈ ਸੀ, ਅੱਜ ਨਵੇਂ ਤੇ ਐਪਲੀਕੇਸ਼ਨ ਲਾ ਰਹੇ ਹੋ, ਇਹ ਵਾਲੇ ਐਪਲੀਕੇਸ਼ਨ ਸਾਰੀਆਂ ਸਟਰਕ ਨੇ। ਸੋ ਅਗਰ ਰਿਫਿਊਜ਼ ਹੋਏ ਹੋ ਕੈਨੇਡਾ ਤੋਂ ਦੁਬਾਰਾ ਰੀਫਾਈਲਿੰਗ ਕਰਨੀ ਹੈ ਤਾਂ ਟਰਾਈ ਕਰੋ ਕਿ ਪੁਰਾਣਾ ਪੋਰਟਲ ਯੂਜ਼ ਕਰੋ। ਪੇਰੈਂਟਸ ਨੇ, ਗ੍ਰੈਂਡ ਪੇਰੈਂਟਸ ਨੇ ਸੁਪਰ ਵੀਜ਼ਾ ਕਾਈਂਡ ਆਫ ਕੈਟਾਗਰੀਜ਼ ਪਾਉਣੀਆਂ, ਉਹ ਸਾਰੇ ਨਵੇਂ ਪੋਰਟਲ ਤੇ ਪਾਉਣ, ਸਟੂਡੈਂਟਸ ਆ ਪੁਰਾਣੇ ਪੋਰਟਲ ਤੇ ਪਾਉਣ। ਸੋ ਇਸ ਤਰੀਕੇ ਨਾਲ ਇਹ ਕੋਈ ਅਗੇਨ ਇਹਦਾ ਕੋਈ ਪਿੱਛੋਂ ਕਿਸੇ ਕਲਾਸੀਫਿਕੇਸ਼ਨਸ ਨਹੀਂ ਆਈਆਂ ਹੋਈਆਂ, ਇਹ ਅਸੀਂ ਇੱਕ ਆਪਣੀ ਵਰਕਿੰਗ ਦੇ ਨਾਲ ਅਸੀਂ ਤਰੀਕਾ ਕੱਢਿਆ ਕਿ ਕਿਹੜੀ ਐਪਲੀਕੇਸ਼ਨ ਸਟ੍ਰੀਮਲਾਈਨ ਤਰੀਕੇ ਨਾਲ ਸੌਖੀ ਨਿਕਲਦੀ ਹੈ, ਚੱਕੀ ਜਾਂਦੀ ਜਿਹੜੀ। ਸੋ ਇਸ ਤਰੀਕੇ ਤੇ ਕੰਮ ਕਰ ਰਹੇ ਐਂਡ ਵੀ ਵਾਂਟ ਕਿ ਇਹ ਸਾਰਿਆਂ ਤੱਕ ਜਾਣਕਾਰੀ ਜਾਵੇ ਤਾਂ ਕਿ ਜੇ ਕੋਈ ਇੰਡੀਵਿਜੂਅਲੀ ਆਪਣੀ ਐਪਲੀਕੇਸ਼ਨ ਕੈਰੀ ਔਨ ਕਰ ਰਿਹਾ ਤਾਂ ਉਹਦਾ ਵੀ ਭਲਾ ਰਵੇ। ਠੀਕ ਹੈ। ਅੱਛਾ ਰਵਿੰਦਰ ਜੀ, ਇੱਕ ਛੋਟੀ ਜਿਹਾ ਕੁਇਕ ਲੁੱਕ ਦੇ ਦਿੰਦੇ ਆ ਕਿ ਕਿਵੇਂ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ ਜੇ ਅਮਰੀਕਾ ਲਈ ਕਰ ਰਹੇ ਆ ਤਾਂ। ਅਮਰੀਕਾ ਬੇਸਿਕਲੀ ਅਗਰ ਅਸੀਂ ਪ੍ਰੋਟੋਕਾਲਸ ਵੇਖੀਏ, ਬਹੁਤ ਸਾਰੀਆਂ ਅਗਰ ਅਸੀਂ ਐਲੀਜੀਬਿਲਿਟੀ ਕ੍ਰਾਈਟੇਰੀਆ ਵੇਖੀਏ ਤਾਂ ਬਾਕੀ ਕੰਟਰੀਜ਼ ਤੋਂ ਟੋਟਲੀ ਡਿਫਰੈਂਟ ਹੈ। ਯੂਐਸ ਨੂੰ ਤੁਹਾਡੀ ਪਰਸੈਂਟੇਜ ਮਾਰਕਸ, ਤੁਹਾਡੇ ਆਈਲੈਟ ਸਕੋਰ, ਇਹਨਾਂ ਚੀਜ਼ਾਂ ਨਾਲ ਬਹੁਤ ਜ਼ਿਆਦਾ ਰਾਬਤਾ ਨਹੀਂ ਹੁੰਦਾ ਜੀ। ਬਟ ਫਿਰ ਵੀ ਅਗਰ ਸਟੂਡੈਂਟਸ ਦੀ ਕਮਿਊਨੀਕੇਸ਼ਨ ਚੰਗੀ ਆ, ਸਟੂਡੈਂਟ ਦੇ ਕੋਲ ਸੈਟ ਹੈਗਾ ਤੇ ਉਹਨੂੰ ਯੂਨੀਵਰਸਿਟੀਜ਼ ਬੈਟਰ ਮਿਲਦੀਆਂ ਨੇ। ਅਦਰਵਾਈਜ਼ ਤੁਸੀਂ ਬਿਨਾਂ ਆਈਲੈਟਸ ਤੋਂ ਵੀ ਅਪਲਾਈ ਕਰਨਾ ਚਾਹੁੰਦੇ ਤਾਂ ਯੈਸ, ਯੂਨੀਵਰਸਿਟੀਜ਼ ਤੁਹਾਨੂੰ ਪ੍ਰੋਪਰ ਡਿਗਰੀ ਪ੍ਰੋਗਰਾਮਸ ਮਿਲ ਜਾਂਦੇ, ਨਾ ਕਿ ਲੈਂਗੁਏਜ ਦੇ। ਓਕੇ। ਸੋ ਤੁਸੀਂ ਸਿਰਫ ਇਕਲੌਤੀ ਸ਼ਰਤ ਹੈ ਕਿ ਸਟੂਡੈਂਟ ਜਿਹੜੀ ਕਮਿਊਨੀਕੇਸ਼ਨ ਆ ਉਹ ਇੰਗਲਿਸ਼ ਸਪੋਕਨ ਚੰਗੀ ਹੈ ਜੀ, ਅੰਡਰਸਟੈਂਡਿੰਗ ਚੰਗੀ ਹੈ ਔਰ ਉਹ ਇੰਟਰੈਕਟਿਵ ਆ ਵੀਜ਼ਾ ਆਫੀਸਰ ਦੇ ਨਾਲ। ਅਗਰ ਸਟੂਡੈਂਟ ਕਮਿਊਨੀਕੇਟ ਕਰ ਸਕਦਾ ਆ ਤਾਂ ਇਹਦੇ 'ਚ ਹੋਰ ਕੋਈ ਬਹੁਤ ਸਾਰੇ ਕ੍ਰਾਈਟੇਰੀਆ ਨਹੀਂ ਮੈਚ ਕਰਨੇ ਕਿ ਤੁਹਾਡਾ ਗੈਪ ਇੰਨਾ ਨਹੀਂ ਹੋਣਾ ਚਾਹੀਦਾ, ਪਾਸ ਆਊਟ ਇਦਾਂ ਹੋਣੇ ਚਾਹੀਦੇ ਹੋ। ਸੋ ਤੁਸੀਂ 10-15 ਸਾਲ ਦੇ ਗੈਪ ਵਾਲਾ ਵੀ ਸਟੂਡੈਂਟ ਵੀਜ਼ਾ ਲੈ ਲੈਂਦਾ ਆ। ਸੋ ਬੱਚਿਆਂ ਦੇ ਨਾਲ ਵੀ ਸਟੂਡੈਂਟ ਵੀਜ਼ਾ ਲੈ ਲੈਂਦਾ ਆ, ਸਪਾਊਸ ਦੇ ਨਾਲ ਵੀ ਸਟੂਡੈਂਟ ਵੀਜ਼ਾ ਲੈ ਲੈਂਦਾ ਆ। ਅੱਛਾ। ਸੋ ਇਹਦੇ 'ਚ 50% ਵਾਲਾ ਸਟੂਡੈਂਟ ਵੀ ਵੀਜ਼ਾ ਲੈ ਲੈਂਦਾ, 33% ਵਾਲਾ ਵੀ ਵੀਜ਼ਾ ਲੈ ਲੈਂਦਾ। ਪਰ ਕਮਿਊਨੀਕੇਸ਼ਨ ਜਿਹੜੀ ਆ ਇੰਗਲਿਸ਼ ਸਪੋਕਨ ਹੈ, ਉਹਦੇ ਉੱਪਰ ਕੋਈ ਕੰਪਰੋਮਾਈਜ਼ ਨਹੀਂ ਹੈਗਾ। ਆਈਲੈਟਸ ਤੋਂ ਬਿਨਾਂ ਗੁਜ਼ਾਰਾ ਹੋ ਜਾਊਗਾ, ਅੰਗਰੇਜ਼ੀ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ ਇਸ ਐਮਬੈਸੀ ਦੇ ਵਿੱਚ। ਸੋ ਕਮਿਊਨੀਕੇਸ਼ਨ ਸਕਿੱਲਸ ਤੁਹਾਡੀਆਂ ਚੰਗੀਆਂ ਹੋਣੀਆਂ ਚਾਹੀਦੀਆਂ ਨੇ। ਐਟਲੀਸਟ ਤੁਸੀਂ ਸਪੋਕਨ ਤੇ ਕੰਮ ਕਰੋ। ਯੈਸ, ਅਗਰ ਤੁਸੀਂ ਕਮਿਊਨੀਕੇਟ ਨਹੀਂ ਕਰ ਪਾਉਂਦੇ ਇਸ ਐਮਬੈਸੀ ਦਾ ਰੁੱਖ ਮਤ ਕਰੋ। ਔਰ ਦੂਸਰੀ ਸਭ ਤੋਂ ਇੰਪੋਰਟੈਂਟ ਚੀਜ਼ ਆ, ਇਹ ਅਸੀਂ ਬੇਸਿਕ ਚੀਜ਼ਾਂ ਦੇ ਉੱਪਰ ਗੱਲ ਕਰਦੇ ਹਾਂ, ਬਟ ਜਦੋਂ ਅਸੀਂ ਵੀਜ਼ਾ ਲੈਣਾ ਹੁੰਦਾ ਆ, ਵੀਜ਼ਾ ਲੈਣ ਲਈ ਸਟੂਡੈਂਟ ਨੂੰ ਬਹੁਤ ਸਾਰਾ ਰਿਸਰਚ ਵਾਲਾ ਸਟੂਡੈਂਟ ਲੱਗਣਾ ਚਾਹੀਦਾ ਕਿ ਉਹਨੇ ਯੂਨੀਵਰਸਿਟੀ ਲੱਭੀ, ਪ੍ਰੋਗਰਾਮ ਲੱਭੇ, ਉਹਨੂੰ ਕੰਟੈਂਟ ਪਤਾ ਹੈ, ਉਹਦੇ ਕ੍ਰੈਡਿਟਸ ਪਤਾ ਨੇ, ਉਹਦੇ ਪਾਸ ਆਊਟ ਕਿੱਦਾਂ ਹੋਣੇ ਆ। ਸੋ ਉਹਨੂੰ ਬਰੀਕੀ 'ਚ ਜਾਣਕਾਰੀ ਹੈਗੀ ਆ। ਸੋ ਸਟੂਡੈਂਟ ਰਿਸਰਚ ਵਾਲਾ ਸਟੂਡੈਂਟ ਹੈ ਔਰ ਅਕੈਡਮਿਕਲੀ ਲੋ ਹੈ, ਇਸ ਐਮਬੈਸੀ 'ਚ ਅਸੈਪਟ ਹੁੰਦਾ। ਅੱਛਾ, ਮਤਲਬ ਉਹਨਾਂ ਨੂੰ ਰਿਸਰਚ ਓਰੀਐਂਟਡ ਬੰਦੇ ਚਾਹੀਦੇ ਆ ਵੈਸੇ। ਯੈਸ, ਐਗਜ਼ੈਕਟਲੀ। ਜਿਹੜਾ ਸਟੂਡੈਂਟ ਲੱਖਾਂ ਰੁਪਏ ਖਰਚ ਕੇ ਬਾਹਰ ਦੇ ਮੁਲਕ ਪੜ੍ਹਨ ਚੱਲਿਆ ਆ, ਅਗਰ ਉਹਨੂੰ ਪਤਾ ਹੀ ਨਹੀਂ ਮੈਂ ਕਾਤੇ ਪੈਸੇ ਖਰਚਣੇ, ਮੇਰਾ ਕਰੀਅਰ ਕੀ ਹੈ, ਮੇਰੀ ਇਹਦੇ ਨਾਲ ਆਊਟਕਮ ਕੀ ਹੈ, ਮੇਰਾ ਪ੍ਰੋਗਰਾਮ ਦੀ ਮੇਰੇ ਲਾਈਫ ਦੇ ਵਿੱਚ ਅਹਿਮੀਅਤ ਕੀ ਹੈ, ਮੇਰੇ ਇੰਡੀਅਨ ਯੂਨੀਵਰਸਿਟੀ ਮੈਨੂੰ ਸੇਮ ਐਜੂਕੇਸ਼ਨ ਕਿਉਂ ਨਹੀਂ ਦੇ ਪਾ ਰਹੀ, ਅਮਰੀਕਨ ਯੂਨੀਵਰਸਿਟੀ ਦੀ ਖਾਸੀਅਤ ਕੀ ਹੈ, ਅਗਰ ਇਹੋ ਜਿਹੇ ਸਵਾਲਾਂ ਜਵਾਬ ਨਹੀਂ ਦੇ ਸਕਦਾ ਫਿਰ ਔਖਾ ਹੈ। ਓਕੇ, ਮਤਲਬ ਇਹ ਗੱਲ ਕਿ ਜੇ ਤੁਸੀਂ ਵੀਜ਼ਾ ਲੈਣਾ ਤਾਂ ਫਿਰ ਉਹੀ ਗੱਲ ਹੈ ਮੁੜ ਘੁੜ ਕੇ ਵੀ ਤੁਹਾਡੀ ਜਿਹੜੀ ਸਪੋਕਨ ਹੈ ਇੰਗਲਿਸ਼ ਦੇ ਉੱਤੇ ਤੁਹਾਡਾ ਜਿਹੜਾ ਇੰਟਰੈਕਟਿਵ ਮੈਨਰ ਹੋਣਾ ਚਾਹੀਦਾ। ਯੈਸ, ਬਟ ਯੂਐਸ ਐਮਬੈਸੀ ਬਹੁਤ ਵੀਜ਼ਾਸ ਗ੍ਰਾਂਟ ਕਰ ਰਹੀ ਹੈ ਇਸ ਟਾਈਮ, ਸਟੂਡੈਂਟ ਸੀਜ਼ਨ ਨਾਓ। ਸੋ ਸਟੂਡੈਂਟਸ ਤੇ ਬਹੁਤ ਵੀਜ਼ਾ ਆ। ਅੱਜ ਸਵੇਰੇ ਮਾਰਨਿੰਗ ਦੇ ਵਿੱਚ ਵੀ 5 ਐਪਲੀਕੇਸ਼ਨਸ ਅਪਰੂਵ ਹੋਈਆਂ ਨੇ। ਮਤਲਬ ਅਗਰ ਸਾਡੀਆਂ ਐਪਲੀਕੇਸ਼ਨਸ ਦੀ ਗੱਲ ਕਰੀਏ, ਸੋ ਮਤਲਬ ਇਸ ਐਮਬੈਸੀ ਦੇ ਵਿੱਚ ਇਸ ਟਾਈਮ ਦੇ ਵਿੱਚ ਸਟੂਡੈਂਟ ਸਾਰੇ ਕਾਉਂਸਲੇਟ ਤੇ ਜਾ ਸਕਦਾ ਆ। ਸੋ ਤੁਸੀਂ ਦਿੱਲੀ ਜਾ ਸਕਦੇ ਹੋ, ਤੁਸੀਂ ਮੁੰਬਈ ਜਾ ਸਕਦੇ ਹੋ, ਤੁਸੀਂ ਚੇਨਈ ਜਾ ਸਕਦੇ ਹੋ, ਤੁਸੀਂ ਬੈਂਗਲੌਰ ਜਾ ਸਕਦੇ ਹੋ। ਸੋ ਤੁਸੀਂ ਕਿਸੇ ਵੀ ਲੋਕੇਸ਼ਨ ਦੇ ਉੱਪਰ ਜਾ ਸਕਦੇ ਹੋ, ਸਟੂਡੈਂਟ ਨੂੰ ਅਲਾਉਡ ਹੈ। ਪਰ ਟੂਰਿਸਟ ਸਿਰਫ ਦਿੱਲੀ ਜਾ ਸਕਦਾ ਅਗਰ ਨਾਰਥ ਇੰਡੀਆ ਦਾ। ਅੱਛਾ, ਜਦੋਂ ਗੱਲ ਕਰਦੇ ਆ ਐਕਸਪੈਂਸਿਵ ਦੀ, ਤੇ ਕੈਨੇਡਾ ਤੇ ਅਮਰੀਕਾ ਦੋਨੇ ਲਾਗੋ ਲੱਗ ਗਈ ਆ, ਤੇ ਇਹਨਾਂ ਦੇ ਐਕਸਪੈਂਸ 'ਚ ਕੋਈ ਫਰਕ ਹੈਗਾ ਵੀ ਪੈਸੇ ਤੇ ਲੈ ਦੇ? ਕਾਫੀ ਫਰਕ ਹੈ, ਬਿਕੋਜ਼ ਕੈਨੇਡਾ ਦੇ ਵਿੱਚ ਤੁਹਾਨੂੰ ਐਡੀਸ਼ਨਲ GIC ਵਗੈਰਾ ਤੁਹਾਨੂੰ ਪੇ ਐਕਸਟਰਾ ਕਰਨਾ ਪੈਂਦਾ। ਯੂਐਸ ਵਿੱਚ ਇਦਾਂ ਦਾ ਕੁਝ ਨਹੀਂ। ਯੂਐਸ ਤੋਂ ਯੂਨੀਵਰਸਿਟੀ ਦੀ ਫੀਸ ਬਾਅਦ ਚ ਦੇਣੀ ਹੁੰਦੀ ਵੀਜ਼ਾ ਤੇ। ਸੋ ਵਨਸ ਯੂਰ ਵੀਜ਼ਾ ਇਜ਼ ਅਪਰੂਵਡ, ਉਸ ਤੋਂ ਬਾਅਦ ਤੁਸੀਂ ਯੂਨੀਵਰਸਿਟੀ ਦੀ ਫੀਸ ਦਿੰਦੇ ਹੋ। ਔਰ ਐਵਰੇਜ ਫੀਸ ਜਿਹੜੀ US ਯੂਨੀਵਰਸਿਟੀਜ਼ ਦੀ ਉਹ ਸਲਾਈਟਲੀ ਕੈਨੇਡਾ ਤੋਂ ਵੱਧ ਆ। ਸੋ ਕੈਨੇਡਾ ਦੇ ਵਿੱਚ ਤੁਹਾਡੀ $18,000 ਤੱਕ ਦੀ ਕੈਨੇਡੀਅਨ ਡਾਲਰ ਦੀ ਫੀਸ ਹੈ। ਸੋ ਇੱਥੇ $20,000-25,000 ਅਮਰੀਕਨ ਡਾਲਰ ਫੀਸ ਹੈ। ਤੇ ਉਹ ਤੁਸੀਂ ਸਮੈਸਟਰ ਵਾਈਜ਼ ਦੇ ਸਕਦੇ ਹੋ ਜਾਂ ਇੱਕ ਸਮੈਸਟਰ ਦੇਣੀ ਹੈ? ਕੈਨੇਡਾ 'ਚ ਤੁਸੀਂ ਪੂਰੇ ਸਾਲ ਦੀ ਇਕੱਠੀ ਦੇਣੀ ਪਲੱਸ GIC ਦੇਣਾ ਹੈ। US ਵਿੱਚ ਤੁਸੀਂ 6 ਮਹੀਨੇ ਦੇ ਸਕਦੇ ਹੋ, ਇੱਕ ਸਮੈਸਟਰ ਦੇ ਸਕਦੇ ਹੋ, 3 ਮਹੀਨੇ ਦਾ ਕਈ ਵਾਰੀ ਸਮੈਸਟਰ ਹੁੰਦਾ, ਤੁਸੀਂ ਉਹਦੀ ਫੀਸ ਦੇ ਸਕਦੇ ਹੋ ਵੀ ਵੀਜ਼ਾ ਤੋਂ ਬਾਅਦ। ਉਹ ਵੀ ਵੀਜ਼ਾ ਤੋਂ ਬਾਅਦ। ਅੱਛਾ, ਵੀ ਕਿੰਨੇ ਕੁ ਪੈਸਿਆਂ ਦੇ ਵਿੱਚ ਚਲੇ ਜਾਂਦਾ ਬੱਚਾ ਜੇ ਅਪਲਾਈ ਕਰਦਾ? ਇਟ ਵੇਰੀਜ਼, ਬਿਕਾਜ਼ US ਯੂਨੀਵਰਸਿਟੀ $10,000 ਤੋਂ ਲੈ ਕੇ $80,000 ਤੱਕ ਦੀ ਫੀਸ ਹੈ। ਸੋ ਆਮ ਜਸਟ ਟਾਕਿੰਗ ਅਬਾਊਟ ਕਿ ਐਵਰੇਜ ਫੀਸ ਜਿਹੜੀ ਹੈ। ਸੋ ਇਹਦੇ ਦੋਨੋਂ ਪਾਸੇ ਐਂਡ ਬਹੁਤ ਜ਼ਬਰਦਸਤ ਹੈ। ਸੋ ਇਹ ਤੁਹਾਡੀ ਕਾਬਲੀਅਤ ਉੱਪਰ ਆ ਕਿ ਤੁਸੀਂ ਕਿਸ ਤਰੀਕੇ ਦੀ ਐਜੂਕੇਸ਼ਨ ਚਾਹੁੰਦੇ ਹੋ ਜੀ। ਸੋ ਇੱਕ ਮੋਡਰੇਟ ਮੈਂ ਤਰੀਕਾ ਦੱਸਿਆ ਕਿ ਜਿਹੜੀ ਜਨਰਲ ਯੂਨੀਵਰਸਿਟੀਜ਼ ਨੇ $25,000 ਵਾਲੇ ਤੁਸੀਂ ਉਹ 'ਚ ਜਾ ਸਕਦੇ ਹੋ। ਤੇ ਉਹਦਾ ਫਿਰ ਜੇ ਆਪਾਂ ਇੱਥੇ ਰੁਪਈਆਂ ਦੇ ਵਿੱਚ ਕਰ ਲਈਏ ਹਿਸਾਬ ਕਿਤਾਬ ਤੇ ਕਿੰਨਾ 11-12 ਲੱਖ ਜਾਂ ਯੈਸ, ਆਲਮੋਸਟ ਕਿਸੇ ਵੀ ਕੰਟਰੀ ਦਾ ਅੱਜਕੱਲ ਜਿਹੜਾ ਬਜਟ ਹੈ ਤਕਰੀਬਨ 12-15 ਲੱਖ ਰੁਪਏ ਮਿਨੀਮਮ ਹੈ ਹੀ ਹੈ। ਕੈਨੇਡਾ ਦੇ ਵਿੱਚ 18-20 ਲੱਖ ਤੱਕ ਚੱਲ ਜਾਂਦਾ ਹੈ। ਸੋ US ਵਿੱਚ ਅਗੇਨ ਤੁਹਾਡਾ 12-15 ਤੱਕ ਤੁਸੀਂ ਪੂਰੇ ਐਂਡ ਲਾ ਕੇ ਵੀ ਜਾ ਸਕਦੇ ਹੋ। ਬਟ
ਕਈ ਯੂਨੀਵਰਸਿਟੀਜ਼ ਲੋ ਫੀਸ ਵਾਲੀਆਂ ਆ, ਸੋ 8-10 ਲੱਖ ਤੱਕ ਵੀ ਕਈ ਯੂਨੀਵਰਸਿਟੀ ਸਰ ਜਾਂਦਾ, ਸੋ ਇਟ ਵੇਰੀਜ਼ ਫਰਮ ਯੂਨੀਵਰਸਿਟੀ। ਅੱਛਾ, ਯੂਨੀਵਰਸਿਟੀ ਦੇ ਉੱਤੇ ਗੱਲ ਆ ਜਾਂਦੀ ਹੈ ਵੀ ਕਿਹੜਾ ਤੁਸੀਂ ਕੋਰਸ ਲੈ ਰਹੇ ਹੋ, ਕਿੱਦਾਂ ਦਾ ਲੈ ਰਹੇ ਹੋ, ਉਹਦੀ ਫੀਸ ਕਿੰਨੀ ਆ। ਯੈਸ। ਅੱਛਾ, ਅੱਜ ਕੱਲ ਇਹ ਵੀ ਤਰੀਕਾ ਆ ਗਿਆ, ਕਿਉਂਕਿ ਹੁਣ ਪਹਿਲਾਂ ਇੰਗਲੈਂਡ ਦੇ ਵਿੱਚ ਕਹਿੰਦੇ ਸੀ ਕਿ ਵਰਕ ਪਰਮਿਟ ਨਹੀਂ ਮਿਲਦਾ, ਉਹ ਵੀ ਕਹਿੰਦੇ ਜੀ ਅਸੀਂ ਸਟੱਡੀ ਤੋਂ ਬਾਅਦ 2 ਸਾਲਾਂ ਦਾ ਸ਼ਾਇਦ ਸਾਲ ਦਾ ਵਰਕ ਪਰਮਿਟ ਦੇਵਾਂਗੇ। ਕੈਨੇਡਾ ਜਾਂ ਅਮਰੀਕਾ ਦੇ ਵਿੱਚ ਹੈ ਇਦਾਂ ਦਾ ਕੋਈ ਵੀ ਤੁਹਾਨੂੰ ਸਟੱਡੀ ਤੋਂ ਬਾਅਦ ਵਰਕ ਪਰਮਿਟ ਜਾਂ ਕੁਝ? ਅਮਰੀਕਾ ਦੇ ਵਿੱਚ ਬੇਸਿਕਲੀ ਯੂਨੀਵਰਸਿਟੀਜ਼ ਜਿਹੜੀਆਂ ਤੁਹਾਨੂੰ OPT ਜਾਂ CPT ਪ੍ਰੋਵਾਈਡ ਕਰਦੀਆਂ ਨੇ। CPT ਹੁੰਦੀ ਜਿਹੜੀ ਕਰਿਕੂਲਮ ਪ੍ਰੈਕਟੀਕਲ ਟ੍ਰੇਨਿੰਗ ਹੈ, ਬੇਸਿਕਲੀ ਇਹ ਕਾਈਂਡ ਆਫ ਇੰਟਰਨਸ਼ਿਪ ਹੈ ਕਿ ਜਿਹੜੀ ਤੁਹਾਡੀ ਪ੍ਰੋਗਰਾਮ ਦਾ ਹੀ ਹਿੱਸਾ ਹੁੰਦੀ ਹੈ ਜੀ, ਔਰ ਇਹਦੇ ਤੁਹਾਡੇ ਨਾਲ ਕ੍ਰੈਡਿਟ ਵੀ ਤੁਹਾਨੂੰ ਜੁੜਦੇ ਨੇ। OPT ਕਾਈਂਡ ਆਫ ਵਰਕ ਪਰਮਿਟ ਹੁੰਦਾ ਕਿ ਯੂਨੀਵਰਸਿਟੀ ਨੂੰ ਅਲਾਉ ਕਰ ਦਿੰਦੀ ਕਿ ਤੁਸੀਂ ਪੜ੍ਹਾਈ ਕੀਤੀ ਹੈ, ਪੜ੍ਹਾਈ ਤੋਂ ਬਾਅਦ ਤੁਸੀਂ ਕੰਮ ਕਰ ਸਕਦੇ ਹੋ। ਸੋ ਆਬਵੀਅਸਲੀ US ਦੇ ਵਿੱਚ ਜਿਹੜਾ ਤਰੀਕਾ ਸੋਚਣ ਸਮਝਣ ਦਾ ਉਹ ਬਿਲਕੁਲ ਵੱਖਰਾ ਹੈ, ਬਿਕੋਜ਼ US ਦੇ ਵਿੱਚ ਜਿਹੜਾ ਵੀਜ਼ਾ ਹੈ ਤੁਹਾਨੂੰ ਉਹ ਪ੍ਰੋਗਰਾਮ ਦੀ ਡਿਊਰੇਸ਼ਨ ਨਾਲ ਨਹੀਂ ਵੱਜਿਆ, ਬਾਕੀ ਪੂਰੀ ਦੁਨੀਆ 'ਚ ਵੱਜਿਆ ਹੈ। ਸੋ ਇੱਥੇ ਤੁਸੀਂ ਮਾਸਟਰਸ ਲਈ ਜਾ ਰਹੇ ਹੋ, 2 ਸਾਲ ਦੇ ਮਾਸਟਰਸ ਹੈ, ਬਟ ਵੀਜ਼ਾ ਤੁਹਾਨੂੰ ਸ਼ੁਰੂ 'ਚ 5 ਸਾਲ ਦਾ ਮਿਲ ਜਾਣਾ। ਅੱਛਾ, ਇਹ ਵੀ ਥੋੜਾ ਸੌਖਾ ਕੰਮ ਹੈ, ਰਾਈਟ। ਸੋ ਇੱਥੇ ਉਸ ਤੋਂ ਬਾਅਦ ਅਗਰ ਤੁਹਾਡੀਆਂ ਜੌਬਸ ਨੇ, ਤੁਸੀਂ ਆਪਣੇ ਵੀਜ਼ਾ ਸਵਿਚ ਕਰਦੇ ਹੋ, ਸੋ ਗ੍ਰੈਜੂਅਲੀ US ਦੇ ਵਿੱਚ ਤਰੀਕਾ ਫਰਦਰ ਸੈਟਲਮੈਂਟ ਦਾ ਅਲੱਗ ਹੈ। ਬਾਕੀ ਜਿੱਦਾਂ ਕੈਨੇਡਾ 'ਚ ਉਹ ਥੋੜਾ ਆਟੋਮੈਟਿਕ ਆ, ਕੈਨੇਡਾ 'ਚ ਥੋੜਾ ਆਟੋਮੈਟਿਕ ਆ, UK 'ਚ ਬਹੁਤ ਜ਼ਿਆਦਾ ਆਟੋਮੈਟਿਕ ਹੋ ਗਿਆ। ਹੁਣ UK 'ਚ PR ਦੇਣੀ ਸ਼ੁਰੂ ਕਰਤੀ ਹੈ। ਸੋ UK ਨੇ ਐਗਜ਼ੈਕਟਲੀ ਕੈਨੇਡਾ ਦੀ ਕਾਪੀ ਮਾਰੀ ਹੈ। ਕਿਦਾਂ ਮਤਲਬ? ਜਿੱਦਾਂ ਪੁਆਇੰਟ ਬੇਸਡ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਹੈ, ਸੋ UK ਦੇ ਵਿੱਚ ਪੁਆਇੰਟ ਬੇਸਡ ਇਮੀਗ੍ਰੇਸ਼ਨ ਸ਼ੁਰੂ ਹੋ ਗਈ। ਹੁਣ ਸਟੂਡੈਂਟਸ ਦਾ ਬਹੁਤ ਵੱਡਾ ਰਸ਼ ਜਿਹੜਾ ਆ, ਦੱਸਿਆ ਨਾ ਕਿ ਸਾਡੇ ਪੰਜਾਬ ਤੋਂ 60-70% ਸਟੂਡੈਂਟ ਇਕੱਲਾ ਕੈਨੇਡਾ ਨੂੰ ਅਪਲਾਈ ਕਰਦਾ ਹੈ। ਹੁਣ ਕੈਨੇਡਾ ਦੇ ਵਿੱਚ ਇੱਕ ਨਵੀਂ ਪਾਲਿਸੀ ਬਣ ਗਈ ਕਿ ਕੈਨੇਡਾ ਦੇ ਵਿੱਚ ਜਿਹੜੀ ਰੀਜਨਲ ਜਿਹੜੀ ਆ ਉਹ ਨਾਰਮਲ ਜਿਹੜੀ ਪਾਲਿਸੀ ਰਹੇ ਕਿ ਇੱਕੋ ਰੀਜਨ ਦੇ ਸਾਰੇ ਸਟੂਡੈਂਟਸ ਇੱਕੋ ਪਾਸੇ ਜਾਂ ਇੱਕੋ ਰੀਜਨ ਦੇ ਵਿੱਚ ਸਾਰੇ ਪਾਸਿਓਂ ਸਟੂਡੈਂਟ ਇਦਾਂ ਨਾ ਹੋਣ। ਪਿੱਛੇ ਕਿਊਬਿਕ ਇਸ ਚੀਜ਼ ਦਾ ਸ਼ਿਕਾਰ ਹੋਇਆ ਕਿ ਸਾਰੇ ਪਾਸਿਓਂ ਸਟੂਡੈਂਟ ਕਨਸੈਂਟਰੇਟ ਇੱਕੋ ਜਗ੍ਹਾ ਤੇ ਹੋਣ ਲੱਗ ਪਏ। ਸੋ ਇਸੇ ਤਰੀਕੇ ਨਾਲ ਜਦੋਂ ਪੰਜਾਬ ਸਾਰੇ ਤੋਂ ਇੱਕੋ ਜਗ੍ਹਾ ਤੇ ਸਟੂਡੈਂਟ ਜਾਂਦੇ ਨੇ, ਦਿੱਕਤ ਆਉਂਦੀ ਹੈ। ਸੋ ਪੰਜਾਬ ਦਾ ਸਾਡਾ 60-70% ਸਟੂਡੈਂਟ ਇਕੱਲਾ ਕੈਨੇਡਾ ਜਾਂਦਾ ਸੀ, ਪਰ ਪਿਛਲੇ ਕੁਝ ਸਮੇਂ ਦੇ ਵਿੱਚ ਬੈਕਲੌਗਸ ਦੇ ਵਿੱਚ ਪੰਜਾਬ ਦੇ ਸਟੂਡੈਂਟਸ ਦਾ ਜਿਹੜਾ ਰਿਜੈਕਸ਼ਨ ਦਾ ਪਰਸੈਂਟੇਜ ਆ 56% ਹੈ ਕੈਨੇਡਾ ਤੋਂ। ਤੁਸੀਂ ਮੋਟਾ ਲਾ ਲਓ ਕਿ ਅੱਧੇ ਸਟੂਡੈਂਟ ਰਿਫਿਊਜ਼ ਹੋ ਰਹੇ ਨੇ ਇਸ ਟਾਈਮ। ਮੈਂ ਕਿਸੇ ਨੂੰ ਹਾਸੇ ਨੂੰ ਇਹਦਾ ਪੁੱਛਦਾ ਸੀ ਕਿ ਮੈਂ ਵੀ ਰਿਫਿਊਜ਼ਲ ਕਾਹਦੀ ਆ ਗਈ, ਕਹਿੰਦੇ ਜੀ ਉਹ ਕਹਿੰਦੇ ਤੁਸੀਂ ਵਾਪਸ ਨਹੀਂ ਮੁੜਨਾ। ਮੈਂ ਕਿਹਾ ਇਹ ਕਾਹਦੀ ਰਿਫਿਊਜ਼ਲ, ਤਾਂ ਸਾਰੇ ਇਹ ਕੰਮ ਲਈ ਜਾ ਰਹੇ ਆ। ਉਹਦਾ ਮਤਲਬ ਇਦਾਂ ਸਮਝੋ ਕਿ ਅਸੀਂ ਨਹੀਂ ਆਉਣ ਦੇਣਾ। ਸੋ ਚੀਜ਼ਾਂ ਚੈਲੰਜਿੰਗ ਹੋਣ ਲੱਗੀਆਂ, ਬਿਕਾਜ਼ ਕੈਨੇਡਾ ਦੀਆਂ ਐਪਲੀਕੇਸ਼ਨਸ ਕਿਸੇ ਸਮੇਂ 'ਚ ਇਕੱਲੇ ਮੈਥਮੈਟਿਕਸ ਵਾਂਗੂ ਚੱਲਦੀਆਂ ਸੀ ਕਿ 6 ਬੈਂਡ ਹੈਗੇ ਆ, 12 ਪੜ੍ਹਿਆ, 18 ਸਾਲ ਦੀ ਉਮਰ ਹੈ ਤੇ ਵੀਜ਼ਾ ਬੜੇ ਆਰਾਮ ਨਾਲ ਆ ਜਾਂਦਾ ਸੀ, ਕੋਈ ਐਕਸਪਲੇਨੇਸ਼ਨ ਨਹੀਂ ਚਾਹੀਦੀਆਂ ਹੁੰਦੀਆਂ ਸੀ। ਹੁਣ ਬਹੁਤ ਕੈਲਕੂਲੇਟਿਵ ਹੋ ਗਈਆਂ ਨੇ ਜੀ। ਹੁਣ ਅਸੀਂ ਕਈ ਵਾਰੀ 3-3 4-4 ਰਿਫਿਊਜ਼ਲ ਤੋਂ ਬਾਅਦ ਅਸੀਂ ਵੀਜ਼ਾ ਸਕਸੈਸ ਤਾਂ ਕਰ ਪਾਉਂਦੇ ਆ ਬਿਕੋਜ਼ ਉਹ ਬਰੀਕੀਆਂ ਪਿਛਲੀ ਐਪਲੀਕੇਸ਼ਨ 'ਚ ਮਿਸਿੰਗ ਹੁੰਦੀਆਂ, ਸਾਨੂੰ ਦਿਸਦੀਆਂ ਨੇ ਉਹ। ਸੋ ਜੇਕਰ ਤੁਹਾਨੂੰ ਅੰਬੈਸੀ ਦਾ ਤਰੀਕਾ ਤੇ ਉਹਦਾ ਸਮਝਣ ਦਾ ਤਰੀਕਾ, ਕੇਸ ਵੀਜ਼ਾ ਆਫੀਸਰ ਦੇ ਸਮਝਣ ਦਾ ਟੈਕਨੀਕ ਤੁਹਾਨੂੰ ਅਗਰ ਸਮਝ ਲੱਗ ਜੇ, ਫਿਰ ਤੁਸੀਂ ਵੀਜ਼ਾ ਕੱਢ ਲਓਗੇ। ਬਟ ਉਹਦੇ ਬਾਵਜੂਦ ਵੀ ਜਿਹੜੀਆਂ ਬਹੁਤ ਸਾਰੀਆਂ ਐਪਲੀਕੇਸ਼ਨ ਰਿਜੈਕਟ ਹੋ ਰਹੀਆਂ ਨੇ, ਔਰ ਇਹੀ ਕਾਰਨ ਹੈ ਕਿ ਸਭ ਤੋਂ ਵੱਧ ਜਿਹੜਾ ਇਸ ਟਾਈਮ ਲੋਡ ਹੈ ਉਹ UK ਦੇ ਉੱਪਰ ਤੇ US ਦੇ ਉੱਪਰ ਨਾਲ ਦੀ ਨਾਲ ਸ਼ਿਫਟ ਹੋਇਆ। ਅੱਛਾ, ਆਸਟ੍ਰੇਲੀਆ ਵੀ ਕਹਿੰਦਾ ਸੀ ਵੀ ਅਸੀਂ ਬੈਕ ਟੂ ਨਾਰਮਲ ਆ ਜਾਾਂਗੇ, ਉਹਦਾ ਕੀ ਹਾਲ ਆ? ਆਸਟ੍ਰੇਲੀਆ ਹਾਲੇ ਵੀ ਕਾਫੀ ਉਮੀਦ ਹੈ, ਈਵਨ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋਨਾਂ ਤੋਂ ਕਾਫੀ ਉਮੀਦ ਹੈ। ਆਸਟ੍ਰੇਲੀਆ ਜਿੱਦਾਂ ਬੋਲਿਆ ਸੀ ਉਹਦੇ ਉਲਟ ਬਹੁਤ ਸਿਲੈਕਟਿਵ ਹੋਇਆ। ਆਸਟ੍ਰੇਲੀਆ ਵੀਜ਼ਾਸ ਆਉਂਦੇ ਨੇ, ਬਟ ਜਿਹੜੇ ਅੱਜ ਫਰੈਸ਼ ਪਾਸ ਆਊਟ ਨੇ, ਚੰਗੇ ਸਕੋਰ ਵਾਲੇ। ਇਸ ਤੋਂ ਇਲਾਵਾ ਅਗਰ ਤੁਹਾਡੇ ਕੋਲ 2 ਸਾਲ ਦਾ ਗੈਪ ਹੋ ਗਿਆ ਤੇ ਆਸਟ੍ਰੇਲੀਆ ਬਹੁਤ ਸਟ੍ਰਿਕਟ ਹੋ ਜਾਂਦਾ ਇਹਨਾਂ ਚੀਜ਼ਾਂ, ਬੜਾ ਸਿਲੈਕਟਿਵ ਹੋ ਜਾਂਦਾ। ਸੋ ਆਸਟ੍ਰੇਲੀਆ ਨੂੰ ਸਿਰਫ ਰੀਸੈਂਟ ਯੰਗ ਪਾਸ ਆਊਟ ਚਾਹੀਦੇ ਨੇ। ਸੋ ਇਸ ਕਰਕੇ ਆਸਟ੍ਰੇਲੀਆ ਨੇ ਜਿਸ ਤਰੀਕੇ ਨਾਲ ਬਿਆਨਬਾਜ਼ੀ ਸੀ, ਲੱਗਦਾ ਸੀ ਕਿ ਆਸਟ੍ਰੇਲੀਆ ਕਾਫੀ ਲੋਡ ਚੱਕੇਗਾ, ਐਤਕੀ ਉਹ ਨਹੀਂ ਹੋਇਆ। ਕਹਿੰਦੇ ਸੀ ਵੀ ਅਸੀਂ ਬੜੇ ਨਾਰਮਲ ਤਰੀਕੇ ਨਾਲ, ਬਟ ਉਹਦੇ ਬਾਵਜੂਦ ਵੀ ਆਸਟ੍ਰੇਲੀਆ ਸਟੂਡੈਂਟਸ ਲੈ ਰਿਹਾ ਆ, ਔਰ ਆਸਟ੍ਰੇਲੀਆ ਚੰਗੀ ਤਾਦਾਦ ਵਿੱਚ ਸਟੂਡੈਂਟ ਜਾਂਦੇ ਆ। ਆਸਟ੍ਰੇਲੀਆ ਵੀ ਸਾਡਾ ਕੈਨੇਡਾ ਤੋਂ ਬਾਅਦ ਅਗਰ ਕਹੀਏ ਕਿ ਚੰਗਾ ਵੱਡਾ ਨੰਬਰ ਆਸਟ੍ਰੇਲੀਆ ਦੇ ਵਿੱਚ ਵੀ ਜਾਂਦਾ ਆ, ਔਰ ਇਸ ਸਾਲ ਜਾਊਗਾ ਫਿਰ, ਨਹੀਂ ਤਾਂ ਕਿਉਂਕਿ ਸਾਡੇ ਇੱਕ ਪਾਰਟਿਕੂਲਰ ਏਰੀਆ ਹੈ, ਪਾਰਟਿਕੂਲਰ ਸਟੂਡੈਂਟਸ ਨੇ ਜਿਹੜੇ ਆਸਟ੍ਰੇਲੀਆ ਦਾ ਹੀ ਰੁੱਖ ਕਰਦੇ ਨੇ। ਸੋ ਇਸੇ ਤਰੀਕੇ ਨਾਲ ਇੱਕ ਪਾਰਟਿਕੂਲਰ ਸਟੂਡੈਂਟਸ ਜਿਹੜੇ UK ਦਾ ਰੁੱਖ ਕਰਦੇ ਨੇ ਜੀ। ਸੋ ਖਾਸ ਕਰਕੇ ਜਿੱਦਾਂ ਮੈਂ ਦੱਸਿਆ ਕਿ UK ਦੀ ਨਵੀਂ ਪਾਲਿਸੀ ਦੇ ਨਾਲ ਬਹੁਤ ਇੱਕਦਮ ਡਰਾਸਟਿਕ ਮਾਰਕੀਟ ਓਪਨ ਹੋਈ ਹੈ, ਬਿਕੋਜ਼ UK ਨੇ ਪਿਛਲੇ ਲਗਭਗ 10 ਸਾਲ ਤੋਂ ਵੀਜ਼ਾ ਨਹੀਂ ਦਿੱਤਾ ਸੀ। ਸੋ ਹੁਣ ਓਪਨ ਕੀਤਾ ਤਾਂ ਯੈਸ ਇੱਕਦਮ ਮਾਰਕੀਟ ਉਧਰ ਨੂੰ ਵੀ ਖੁੱਲ ਪਈ ਹੈ। ਅੱਛਾ, ਤੁਸੀਂ ਕਹਿੰਦੇ ਪੁਆਇੰਟ ਬੇਸਡ ਹੈ, ਕਿਉਂਕਿ ਹੁਣ ਆਪਾਂ ਐਕਸਪ੍ਰੈਸ ਐਂਟਰੀ ਲਾਉਨੇ ਆ, ਜਿਹੜੇ ਕਹਿੰਦੇ ਆ ਕਿ ਫੈਡਰਲ ਸਕਿਲਡ ਵਰਕਰਸ ਨੇ, ਕੀ UK ਇਦਾਂ ਦਾ ਵੀ ਕੁਝ ਕਰ ਰਿਹਾ? UK ਐਗਜ਼ੈਕਟਲੀ ਜੌਬ ਬੇਸਡ ਇਮੀਗ੍ਰੇਸ਼ਨ ਹੈ। ਸੋ ਬੇਸਿਕਲੀ ਦਾ ਫਾਇਦਾ ਜ਼ਿਆਦਾਤਰ ਸਟੂਡੈਂਟਸ ਨੂੰ ਹੋਣ ਵਾਲਾ ਹੈ, ਬਟ ਸਟਿਲ ਇਹ ਜੌਬ ਬੇਸਡ ਕੈਟਾਗਰੀ ਓਪਨ ਹੈ ਔਰ ਬਹੁਤ ਰੀਜ਼ਨੇਬਲ ਹੈ। ਇਹਦੇ ਵਿੱਚ ਕੀ ਹੈ ਕਿ ਸਟੂਡੈਂਟ ਨੂੰ, ਕਿਸੇ ਵੀ ਐਪਲੀਕੈਂਟ ਨੂੰ 70 ਪੁਆਇੰਟ ਚਾਹੀਦੇ ਨੇ, ਉਹਦੇ ਚੋਂ ਲਗਭਗ 50 ਪੁਆਇੰਟ ਉਹਦੀ ਇਕੱਲੀ ਜੌਬ ਦੇ ਮਿਲ ਜਾਂਦੇ ਆ ਜੀ, ਔਰ 20 ਪੁਆਇੰਟ ਹੁੰਦੇ ਨੇ ਅਗਰ ਤੁਹਾਡੀ
25,600 ਪਾਉਂਡ ਤੋਂ ਵੱਧ ਦੀ ਐਨੂਅਲ ਇਨਕਮ। ਐਨੂਅਲ ਇਨਕਮ ਸੋ 25,600 ਦੀ ਪਾਉਂਡ ਇੰਡੀਆ, 25,600 ਪਾਉਂਡ ਮਤਲਬ ਲਗਭਗ 25 ਲੱਖ ਰੁਪਏ ਦੇ ਕਰੀਬ ਜਿਹੜੀ ਇੱਥੇ ਆਮਦਨ ਸੋਚਣੀ ਥੋੜੀ ਔਖੀ ਹੋ ਸਕਦੀ, ਬਟ ਵਿਦ ਇਨ ਯੂਕੇ ਇਹ ਕੁਝ ਵੀ ਹੈ ਨਹੀਂ, ਕੁਝ ਵੀ ਨਹੀਂ ਹੈਗੀ। ਸੋ ਵਿਦ ਇਨ ਯੂਕੇ ਇੱਕ ਨਾਰਮਲ ਬੰਦਾ ਅਗਰ 2000 ਪਾਉਂਡ ਮਹੀਨੇ ਦਾ ਕਮਾ ਰਿਹਾ ਜਾਂ 500 ਪਾਉਂਡ ਹਫਤੇ ਦਾ ਕਮਾ ਰਿਹਾ, ਵਿਚ ਇਜ਼ ਵੈਰੀ ਨਾਰਮਲ, ਯਾਨੀ ਕਿ 100 ਪਾਉਂਡ ਦਿਹਾੜੀ ਦਾ ਕਮਾ ਰਿਹਾ, 100 ਪਾਉਂਡ ਦਿਹਾੜੀ ਦਾ ਕਮਾ ਰਿਹਾ, ਇਦਾਂ ਸੋਚ ਕੇ ਦੇਖਿਆ ਤੇ ਇਹ ਕੁਝ ਵੀ ਹੈ ਨਹੀਂ ਆ। ਸੋ ਇਸ ਕੈਟਾਗਰੀ, ਪਹਿਲਾਂ ਇਹ ਕੈਟਾਗਰੀ ਇਹਨਾਂ ਨੇ ਚੇਂਜ ਕੀਤੀ। ਇਹ ਕੈਟਾਗਰੀ ਹੁੰਦੀ ਸੀ ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ ਹੁੰਦਾ ਸੀ ਯੂਕੇ ਦਾ। ਉਹਦੇ 'ਚ ਐਪਲੀਕੈਂਟ ਨੂੰ ਲਗਭਗ 45 ਤੋਂ 50,000 ਪਾਉਂਡ ਦਿਖਾਉਣੇ ਹੁੰਦੇ ਸੀ, ਉਹ ਰਿਡਿਊਸ ਕਰਕੇ ਇਹਨਾਂ ਨੇ ਅੱਧੇ ਕਰਤੇ, ਹੁਣ 25,000 ਪਾਉਂਡ ਕਰਤਾ ਆ। ਸੋ ਜਿਹਦੇ ਨਾਲ ਕਿ ਸਟੂਡੈਂਟ ਅੱਜ ਅਗਰ ਮਾਸਟਰਸ ਲਈ ਸਟੂਡੈਂਟ ਜਾਂਦਾ ਹੈ, ਬੈਚਲਰਸ ਲਈ ਸਟੂਡੈਂਟ ਜਾਂਦਾ ਹੈ, ਸੋ ਮਾਸਟਰ ਵਾਲੇ ਸਟੂਡੈਂਟ ਨੇ 1 ਸਾਲ ਪੜ੍ਹਨਾ ਹੈ, ਉਸ ਤੋਂ ਬਾਅਦ 2 ਸਾਲ ਦਾ ਵਰਕ ਪਰਮਿਟ ਆ, ਤੇ ਉਹ ਉਸ ਤੋਂ ਬਾਅਦ 2 ਸਾਲ ਦਾ ਵਰਕ ਪਰਮਿਟ ਦੇ ਵਿੱਚ ਉਹਨੇ ਜੌਬ ਲਈ ਤੇ ਉਹਦੀ ਪੀਆਰ ਹੋ ਗਈ। ਖੈਰ ਸਾਹਿਬ, ਪੂਰੀ ਦੁਨੀਆ ਦੇ ਵਿੱਚ ਜੌਬ ਬੇਸਡ ਇਮੀਗ੍ਰੇਸ਼ਨ ਹੈ, ਚਾਹੇ ਕੈਨੇਡਾ ਵਿੱਚ ਹੈ ਤੁਸੀਂ ਪੜ੍ਹਾਈ ਤੋਂ ਬਾਅਦ ਕੰਮਕਾਰ ਕਰਦੇ ਹੋ ਪੀਆਰ ਹੈ, USA ਵਿੱਚ ਆ ਪੜ੍ਹਾਈ ਤੋਂ ਬਾਅਦ ਕੰਮਕਾਰ ਕਰਦੇ ਹੋ ਪੀਆਰ ਹੈ, ਆਸਟ੍ਰੇਲੀਆ ਦੇ ਵਿੱਚ ਆ ਪੜ੍ਹਾਈ ਤੋਂ ਬਾਅਦ ਕੰਮਕਾਰ ਕਰਦੇ ਹੋ ਪੀਆਰ ਹੈ। ਸੋ ਯੂਕੇ ਦੇ ਵਿੱਚ ਵੀ ਹੁਣ ਆਸਟ੍ਰੇਲੀਆ, ਇਹਨਾਂ ਮੁਲਕਾਂ ਦੀ ਤਰਜ਼ ਦੇ ਉੱਪਰ ਪੜ੍ਹਾਈ ਤੋਂ ਬਾਅਦ 2 ਸਾਲ ਦਾ ਵਰਕ ਪਰਮਿਟ ਦਿੱਤਾ, ਉਹਦੇ 'ਚ ਜੌਬ ਲੈ ਲਈ ਤੇ ਤੁਹਾਡੀ ਪੀਆਰ ਹੈ। ਔਰ ਜੌਬ ਸੈਕਟਰ ਇਸ ਟਾਈਮ ਯੂਕੇ ਬਹੁਤ ਓਪਨ ਹੋਇਆ ਹੈ। ਯੂਕੇ ਇੰਨਾ ਹਿਊਜ ਹੋ ਗਿਆ ਇਸ ਟਾਈਮ ਕਿ ਜਿੰਨੇ ਯੂਰਪੀਅਨ ਯੂਨੀਅਨ ਦੇ ਜਿੰਨੀ ਲੇਬਰ ਜਾਂਦੀ ਸੀ, ਯੂਰਪੀਅਨ ਯੂਨੀਅਨ ਤੋਂ ਜਿੰਨੇ ਸਕਿਲਡ ਲੋਕ ਜਾਂਦੇ ਸੀ, ਉਹਨਾਂ ਸਭ ਦੀ ਬ੍ਰੈਗਜ਼ਿਟ ਤੋਂ ਬਾਅਦ ਸਪਲਾਈ ਬੰਦ ਹੋ ਗਈ ਜੀ, ਜਿਹਦਾ ਕਰਕੇ ਇਸ ਅੰਬੈਸੀ ਨੂੰ ਸਾਊਥ ਏਸ਼ੀਆ ਦਾ ਰੁੱਖ ਕਰਨਾ ਪਿਆ। ਸੋ ਸਾਊਥ ਏਸ਼ੀਆ ਦੇ ਵਿੱਚ ਉਹਨਾਂ ਨੇ ਆਪਣੀ ਅੰਬੈਸੀ ਖੋਲ ਦਿੱਤੀ। ਹਾਂ, ਸਾਊਥ ਏਸ਼ੀਆ 'ਚ ਅੰਬੈਸੀਆਂ ਸਾਡੇ ਬਹੁਤ ਨੇ। ਸਾਊਥ ਏਸ਼ੀਆ ਦਾ ਮਤਲਬ ਕਿ ਇਸ ਅੰਬੈਸੀ ਨੂੰ, ਯੂਕੇ ਦੀ ਅੰਬੈਸੀ ਨੂੰ ਸਾਊਥ ਏਸ਼ੀਆ ਰੀਜਨ ਦੇਖਣਾ ਪਿਆ ਕਿ ਸਭ ਤੋਂ ਐਪਲੀਕੇਸ਼ਨਸ ਐਸੇ ਹਿੱਸੇ ਤੋਂ ਲਓ। ਅੱਛਾ, ਠੀਕ ਹੈ। ਇੰਡੀਆ, ਪਾਕਿਸਤਾਨ, ਨੇਪਾਲ, ਯੈਸ, ਫਿਲੀਪੀਨਸ, ਮਤਲਬ ਇਹ ਸਾਰਾ ਸਾਊਥ ਏਸ਼ੀਆ ਤੋਂ। ਸੋ ਉਹਦੇ ਵਿੱਚ ਅਗਰ ਸਭ ਤੋਂ ਟੌਪ ਦੀ ਰੈਂਕਿੰਗ ਵੇਖੀ ਜਾਵੇ ਤਾਂ ਸਾਡੇ ਅਗੇਨ ਪੰਜਾਬੀਆਂ ਦੀ ਹੈ, ਬਿਕੋਜ਼ ਸਾਡੀ ਚੌਥੀ ਜਨਰੇਸ਼ਨ ਇੰਗਲੈਂਡ ਦੇ ਵਿੱਚ ਹੈ। ਵਾਕਈ, ਕਿਉਂਕਿ ਉਹ ਇੱਕ ਇਹ ਵੀ ਹੁੰਦਾ ਨਾ ਕਿ ਫੈਸੀਨੇਸ਼ਨ ਬੜੀ ਹੁੰਦੀ ਆ। ਵਲਾਇਤ ਕਹਿੰਦੇ ਸੀ ਸਾਡਾ ਪਹਿਲਾ ਵਲਾਇਤ, ਸਾਡਾ ਪਹਿਲਾ ਸੁਪਨਾ, ਪਹਿਲਾ ਪਿਆਰ ਬਾਹਰ ਦੇ ਨਾਲ, ਪਹਿਲਾ ਸਾਡਾ ਸੰਜੋਗ ਉਹ ਇੱਥੋਂ ਸ਼ੁਰੂ ਹੋਇਆ। ਸੋ ਇਸ ਕਰਕੇ ਜਿਹੜਾ ਸਟੂਡੈਂਟਸ ਦੀ ਸਭ ਤੋਂ ਵੱਧ ਜਿਹੜੀ ਐਫੀਲੀਏਸ਼ਨ ਉਹ ਇਸ ਮੁਲਕ ਦੇ ਨਾਲ ਜੁੜ ਗਈ ਆ। ਔਰ ਇਹ ਰਾਤੋਂ ਰਾਤ ਵੇਖਦਿਆਂ ਹੋਇਆ ਕਿ ਇੰਨੀਆਂ ਐਪਲੀਕੇਸ਼ਨਸ ਮੀਨਸ ਇੱਥੋਂ ਤੱਕ ਕਿ ਸਟੂਡੈਂਟਸ ਨੂੰ ਬਹੁਤ ਸਾਰੇ ਕੇਸ ਦੇ ਵਿੱਚ ਫੀਸਾਂ ਤੱਕ ਵੀਜ਼ੇ ਤੋਂ ਬਾਅਦ ਪੇ ਕਰਨ ਦੀ ਆਪਸ਼ਨਸ ਨੇ। ਸੋ ਇੱਥੇ ਸਟੂਡੈਂਟਸ ਤੋਂ ਸਿਰਫ ਕ੍ਰਾਈਟੇਰੀਆ ਹੋਇਆ ਕਿ ਸਟੂਡੈਂਟ ਇੰਗਲਿਸ਼ ਦੇ ਵਿੱਚ ਅਕੈਡਮਿਕਲੀ ਚੰਗਾ ਹੋਵੇ ਜਾਂ 5.5 ਬੈਂਡ ਦੇ ਕਰੀਬ ਕੋਈ ਸਕੋਰ ਹੋਵੇ। ਸੋ ਅਗਰ ਇੰਨੀ ਕੁ ਕੈਪੇਬਿਲਿਟੀ ਵਾਲਾ ਸਟੂਡੈਂਟ ਹੈ ਉਹ ਜਾ ਸਕਦਾ, ਜਾਂ ਜਿਨ੍ਹਾਂ ਦੇ 70-80% ਅੰਗਰੇਜ਼ੀ 'ਚ ਨੰਬਰ ਆ ਜਾਂਦੇ ਆ ਉਹ ਬਿਨਾਂ ਆਈਲੈਟਸ ਤੋਂ ਇਸ ਅੰਬੈਸੀ ਜਾ ਸਕਦੇ ਆ। ਅੱਛਾ, ਯੂਕੇ ਵਾਲੀ ਅੰਬੈਸੀ ਦੇ ਵਿੱਚ ਇਸ ਕੰਮ ਬਿਨਾਂ ਵੀ ਆ ਸਕਦੇ ਆ ਆਈਲੈਟਸ ਤੋਂ? ਯੂਕੇ ਬਿਕੋਜ਼ ਯੂਕੇ ਨੇ ਕੈਨੇਡਾ ਵਾਂਗੂ ਮੈਥਮੈਟਿਕਲੀ ਵੀਜ਼ਾ ਦੇਣਾ ਸ਼ੁਰੂ ਕਰਤਾ, ਜਿੱਦਾਂ ਕੈਨੇਡਾ ਨੇ ਸ਼ੁਰੂ 'ਚ ਕੀਤਾ ਸੀ ਕਿ ਤੁਹਾਡੇ ਕੋਲ 6 ਬੈਂਡ ਹੈਗੇ ਆ, ਤੁਸੀਂ ਸਾਲ ਦੀ ਫੀਸ ਭਰ ਲਈ ਆ ਔਰ ਤੁਸੀਂ 1 ਸਾਲ ਦਾ ਰਹਿਣ ਸਹਿਣ ਖਰਚਾ ਦੇਤਾ ਤੇ ਤੁਹਾਡਾ ਵੀਜ਼ਾ ਆ ਜਾਂਦਾ ਆ। ਯੂਕੇ ਨੇ ਤੁਹਾਡੇ ਨਾ ਰਹਿਣ ਸਹਿਣ ਦਾ ਖਰਚਾ ਭਰ ਪਾਇਆ, ਨਾ ਯੂਕੇ ਨੇ ਸਾਲ ਦੀ ਫੀਸ ਮੰਗੀ ਹੈ, ਬਟ ਵੀਜ਼ਾ ਇਹਨਾਂ ਵਾਂਗੂ ਕਰਤਾ ਕਿ ਅਗਰ ਤੁਹਾਡੇ ਕੋਲ 4 ਸ਼ਰਤਾਂ ਪੂਰੀਆਂ ਕਰਦੇ ਹੋ ਤੇ ਵੀਜ਼ਾ ਲੈ ਜਾਓ, ਤੁਸੀਂ ਵੀਜ਼ਾ ਲੈ ਲਓ। ਔਰ ਵੀਜ਼ਾ ਇਸ ਟਾਈਮ ਖੋਲਿਆ ਸਿਰਫ ਕੱਲੀਆਂ ਸਰਕਾਰੀ ਯੂਨੀਵਰਸਿਟੀਆਂ ਨੇ, ਜਿਹੜਾ ਕਿ ਅੱਗੇ ਮੈਂ ਕਹਿੰਦਾ ਬਹੁਤ ਵਧੀਆ ਗੱਲ ਆ। ਹਾਂ, ਸਰਕਾਰੀ ਯੂਨੀਵਰਸਿਟੀ ਜਿਹੜੀ ਸਟੂਡੈਂਟ ਦੀ ਐਜੂਕੇਸ਼ਨ ਹੈ ਉਹਦਾ ਮੁਕਾਬਲਾ ਪੂਰੀ ਦੁਨੀਆ 'ਚ ਨਹੀਂ ਹੈਗਾ ਯੂਕੇ ਦੀ ਐਜੂਕੇਸ਼ਨ, ਬਿਕੋਜ਼ ਯੂਕੇ ਦੀ ਐਜੂਕੇਸ਼ਨ ਇੰਨੀ ਸਟੀਕ ਆ, ਇੰਨੀ ਪਰਟੀਕੂਲਰ ਆ ਤੁਹਾਡੇ ਕਰੀਅਰ ਦੇ ਲਈ ਕਿ ਤੁਸੀਂ ਜੋ ਪੜ੍ਹਿਆ ਸੇਮ ਸਬਜੈਕਟ 'ਤੇ ਤੁਸੀਂ ਆਪਣਾ ਕਰੀਅਰ ਬਣਾ ਸਕਦੇ ਹੋ। ਔਰ ਜਿੱਦਾਂ ਰੈਸਟ ਆਫ ਦਾ ਵਰਲਡ ਦੀਆਂ ਯੂਨੀਵਰਸਿਟੀਜ਼ ਐਡਵਰਟਾਈਜ਼ ਕਰਦੀਆਂ ਨੇ, ਯੂਕੇ ਯੂਨੀਵਰਸਿਟੀਜ਼ ਦੀ ਜਿਹੜੀ ਐਡਵਰਟਾਈਜ਼ਮੈਂਟ ਆ ਉਹ ਅਲੱਗ ਤਰੀਕੇ ਦੀ ਹੁੰਦੀ ਹੈ। ਉਹਨਾਂ ਦੀ ਅਗਰ ਤੁਸੀਂ ਕਮਰਸ਼ੀਅਲ ਵੇਖੋਗੇ ਉਹਦੇ 'ਚ ਇੱਦਾਂ ਲਿਖਿਆ ਹੋਊਗਾ ਕਿ ਸਾਡੀ ਜਿਹੜੀ ਕੈਂਪਸ ਪਲੇਸਮੈਂਟ ਆ ਉਹ 93% ਹੈ, ਸੋ ਸਾਡੀ ਜੌਬ ਪਲੇਸਮੈਂਟ ਆ ਉਹ 89% ਹੈ। ਸੋ ਫਲਾਨੀ ਮਤਲਬ ਸਾਡੇ ਜਿਹੜੇ ਸਟੂਡੈਂਟ ਸੇਮ ਫੀਲਡ ਦੇ ਵਿੱਚ ਪੜ੍ਹੇ ਨੇ, ਜਾ ਕੇ ਉਹਨਾਂ ਨੇ ਕਰੀਅਰ ਕੰਮ ਕੀਤਾ, ਉਹ 94% ਹੈ। ਸੋ ਇਸ ਤਰੀਕੇ ਦੀ ਪਰਸੈਂਟੇਜ ਆ। ਨਾਰਮਲੀ ਪੂਰੀ ਦੁਨੀਆ ਦੀ ਕਿਸੇ ਯੂਨੀਵਰਸਿਟੀ ਦੇ ਵਿੱਚ ਸਾਨੂੰ ਇੰਨੀ ਗੁਣਵੱਤਾ ਤੇ ਇੰਨੀ ਸਟੀਕਤਾ ਇਨ ਟਰਮਸ ਆਫ ਕਰੀਅਰ ਸਾਨੂੰ ਕਿਤੇ ਨਹੀਂ ਦਿਸਦੀ। ਮਤਲਬ ਇਹ ਤਾਂ ਗੱਲ ਸ਼ੁਰੂ ਤੋਂ ਰਹੀ ਹੈ ਕਿ ਵਿਲਾਇਤ ਦਾ ਪੜ੍ਹਿਆ ਕਹਿੰਦੇ ਹੁੰਦੇ ਕਦੇ ਮਾਰ ਨਹੀਂ ਖਾਂਦਾ। ਹੁਣ ਵੱਡੇ ਵੱਡੇ ਲੀਡਰਸ ਜਿਹੜੇ ਸਾਡੇ ਇੱਥੇ ਆ ਜਾਂ ਇਕਨੋਮਿਸਟ ਆ ਦੁਨੀਆ ਦੇ, ਉਹ ਸਾਰੇ ਵਿਲਾਇਤ ਤੋਂ ਪੜ੍ਹਦੇ। ਡਾਕਟਰ ਮਨਮੋਹਨ ਸਿੰਘ ਦੀ ਸਭ ਤੋਂ ਵੱਡੀ ਐਗਜ਼ਾਮਪਲ ਨੇ। ਸਾਡੇ ਆਲਮੋਸਟ ਜਿੰਨੇ ਬਿਊਰੋਕਰੇਟ ਨੇ ਜਾਂ ਜਿੰਨੇ ਸਾਡੇ ਕੋਲ ਸਾਡੇ ਆਰਬੀਆਈ ਗਵਰਨਰ ਰਹਿ ਚੁੱਕੇ ਜਿੰਨੇ ਆ ਆਲਮੋਸਟ ਉੱਥੋਂ ਪੜ੍ਹ ਕੇ ਆਏ। ਬਿਲਕੁਲ ਬਿਲਕੁਲ ਬਿਲਕੁਲ। ਸੋ ਆਬਵੀਅਸਲੀ ਜਿਹੜੇ ਇੰਸਟੀਟਿਊਸ਼ਨਸ ਨੇ ਉਹ ਆਪਣੀ ਜਿਹੜੀ ਵਕਾਲਤ ਆਪਣੀ ਜ਼ਬਾਨੀ ਕਰਦੇ ਆ। ਸੋ ਅਸੀਂ ਵੇਖਿਆ ਕਿ ਉੱਥੇ ਯੂਨੀਵਰਸਿਟੀਜ਼ 1500 ਸਾਲ ਪੁਰਾਣੀ, 2000 ਸਾਲ ਪੁਰਾਣੀ, 800 ਸਾਲ ਪੁਰਾਣੀ, ਇਹ ਆਮ ਗੱਲ ਆ। ਸੋ ਜਿਹੜੇ ਘਰਾਂ 'ਚ ਬੱਚੇ ਰਹਿੰਦੇ ਨੇ ਉਹੀ 200-250 ਸਾਲ ਪੁਰਾਣੇ ਹੁੰਦੇ ਆ। ਸੋ ਆਬਵੀਅਸਲੀ ਉਹਨਾਂ ਨੂੰ ਸਮਝ ਥੋੜੀ ਪਹਿਲਾਂ ਆਈ ਸੀ, ਤੇ ਉਸੇ ਤਰੀਕੇ ਦਾ ਜਿੱਦਾਂ ਦੁਨੀਆ ਸਿਰਜੀ ਗਈ ਤੇ ਉਸੇ ਤਰੀਕੇ ਦੀ ਅਗਲੀ ਬਣ ਗਈ ਹੈ।
ਔਰ ਅਗਰ ਅਸੀਂ ਵੇਖੀਏ ਪੂਰੀ ਦੁਨੀਆ ਦਾ ਪਾਵਰ ਸੈਂਟਰਿਕ ਇੱਕ ਕੰਟਰੀ ਰਿਹਾ ਤੇ ਅੱਜ ਵੀ ਹੈਗਾ ਆ। ਵਾਕਈ ਸੋ ਬਹੁਤ ਸਾਰੇ ਕੰਟਰੀਜ਼ ਤੁਸੀਂ ਅਗਰ ਵੇਖੋਗੇ ਪੂਰੀ ਦੁਨੀਆ ਦੇ ਉੱਪਰ ਜਿਹੜੇ ਅਸੀਂ ਵੇਖਦੇ ਆ, ਨਿਊਜ਼ੀਲੈਂਡ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਕੈਨੇਡਾ ਹੋ ਗਿਆ, ਇਹਨਾਂ ਦੇ ਵਿੱਚ ਤਾਂ ਹਾਲੇ ਵੀ 100% ਇਸ ਮੁਲਕ ਦੀ ਸ਼ਮੂਲੀਅਤ ਹੈ। ਵਾਕਈ, ਕਿਉਂਕਿ ਉਹ ਕਹਿੰਦੇ ਕਿ ਰਾਣੀ ਜੋ ਜਾਂਦੇ ਆ ਝੰਡਾ ਡਾਊਨ ਹੋ ਜਾਂਦਾ ਹੈ। ਸੋ ਹਾਲੇ ਵੀ ਉਹਨਾਂ ਦੇ ਸੰਵਿਧਾਨਕ ਹੈੱਡ ਕੈਨੇਡਾ ਦੀ ਉਹ ਆ, ਔਰ ਦੂਜੇ ਦੋਨਾਂ ਮੁਲਕਾਂ ਦੇ ਝੰਡੇ ਦੇ ਉੱਪਰ ਇਹਨਾਂ ਦਾ ਨਿਸ਼ਾਨ ਹੈ। ਸੋ ਇਹਦਾ ਮਤਲਬ ਇਹ ਉਹ ਮੁਲਕ ਜਿਹੜੇ ਮੁਲਕ ਵੀ ਬਣੇ ਉਹ ਵੀ ਇਹਨਾਂ ਦੇ ਬਣਾਏ ਹੋਏ ਨੇ ਜਿੱਥੇ ਅਸੀਂ ਭੱਜ ਕੇ ਜਾਂਦੇ ਹਾਂ। ਵਾਕਈ ਬਹੁਤ ਬਹੁਤ ਸ਼ੁਕਰੀਆ ਰਵਿੰਦਰ ਜੀ, ਇੰਨੀ तमाम ਜਾਣਕਾਰੀ ਮੈਨੂੰ ਲੱਗਦਾ ਜਨਰਲ ਨੌਲੇਜ ਵੀ ਦਿੰਦੇ ਹੋ ਤੁਸੀਂ ਨਾਲ ਔਰ ਉਮੀਦ ਹੈ ਕਿ ਤੁਹਾਨੂੰ ਇਹਦੇ ਵਿੱਚੋਂ ਤੁਹਾਡੇ ਜੋਗਾ ਜਿਹੜਾ ਆ ਉਹ ਮਿਲ ਜਾਏਗਾ, ਕਿਉਂਕਿ ਬਹੁਤ ਠੀਕ ਇਨਫੋਰਮੇਸ਼ਨ ਦਿੰਦੇ ਹਾਂ ਅਸੀਂ। ਔਰ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ। ਬਹੁਤ ਸ਼ੁਕਰੀਆ ਖੈਰਾ ਸਾਹਿਬ, ਸਤਿ ਸ਼੍ਰੀ ਅਕਾਲ।